ਵਰ੍ਹਿਆਂ ਤੋਂ ਉਦਯੋਗ ਖੇਤਰ ਨੂੰ ਹੁਲਾਰਾ ਦੇ ਰਹੀ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਨਾਲ ਜੋੜਦੇ ਹੋਏ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਦਿੱਤੇ 1,75,000 ਸਮਾਰਟਫੋਨ। 4 ਵਰ੍ਹਿਆਂ ਤੋਂ ਵਿਦਿਆਰਥੀਆਂ ਦੀ ਪੜ੍ਹਾਈ ਦਾ ਪੱਧਰ ਉੱਚਾ ਚੁੱਕ ਰਹੀ ਪੰਜਾਬ ਸਰਕਾਰ। ਪੰਜਾਬ ਸਰਕਾਰ ਦੇ 4 ਸਾਲ ਪੂਰੇ ਹੋਣ ਤੇ ਅੱਜ ਮੈਂ ਆਪ ਸਭ ਜੀ ਨੂੰ ਜੀ ਆਇਆਂ ਨੂੰ ਆਖਦੀ ਹਾਂ। ਇਹ ਬਹੁਤ ਹੀ ਖਾਸ ਪਲ ਨੇ ਜਦੋਂ ਨਰੋਏ ਪੰਜਾਬ ਦੀ ਅਗਵਾਈ ਕਰਦਿਆਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਨੇ 4 ਸਾਲ ਮੁਕੰਮਲ ਕਰ ਲਏ ਹਨ। ਪੰਜਾਬ ਸਰਕਾਰ ਵੱਲੋਂ ਬੀਤੇ 4 ਸਾਲਾਂ ਦੌਰਾਨ ਸੂਬੇ ਵਿੱਚ ਸਰਬਪੱਖੀ ਵਿਕਾਸ ਦੇ ਨਵੇਂ ਅਧਿਆਏ ਲਿਖੇ ਗਏ ਹਨ। ਉਹ ਭਾਵੇਂ ਕਿਸਾਨਾਂ ਦੀ ਕਰਜ਼ ਮੁਆਫੀ ਹੋਵੇ, ਨੌਜਵਾਨਾਂ ਲਈ ਰੋਜ਼ਗਾਰ ਹੋਵੇ, ਨਸ਼ਿਆਂ ਵਿਰੁੱਧ ਕਾਰਵਾਈ ਹੋਵੇ, ਸੂਬੇ ਵਿੱਚ ਨਿਵੇਸ਼ ਲਈ ਨਰੋਆ ਮਾਹੌਲ ਪੈਦਾ ਕਰਨ ਦੀ ਗੱਲ ਹੋਵੇ ਜਾਂ ਸੂਬੇ ਦੇ ਪਿੰਡਾਂ ਤੇ ਸ਼ਹਿਰਾਂ ਦੇ ਸਰਬਪੱਖੀ ਵਿਕਾਸ ਦੀ ਗੱਲ ਹੋਵੇ। ਸਮਾਰਟ ਸਕੂਲ, ਮਿਆਰੀ ਸਿੱਖਿਆ, ਬਿਹਤਰ ਸਿਹਤ ਸਹੂਲਤਾਂ, ਕੋਵਿਡ ਦੇ ਸਮੇਂ ਦੌਰਾਨ ਚੁੱਕੇ ਕਾਰਗਰ ਕਦਮ ਜਾਂ ਪੰਜਾਬ ਸਰਕਾਰ ਵੱਲੋਂ ਗਰੀਬਾਂ ਅਤੇ ਔਰਤਾਂ ਨੂੰ ਦਿੱਤੀਆਂ ਵਿਸ਼ੇਸ਼ ਸਹੂਲਤਾਂ ਹੋਣ, ਮੈਂ ਅਜਿਹੇ ਨਰੋਏ ਕਦਮ ਚੁੱਕਣ ਲਈ ਮੁੱਖ ਮੰਤਰੀ ਪੰਜਾਬ ਜੀ ਅਤੇ ਉਹਨਾਂ ਦੀ ਸਮੁੱਚੀ ਕੈਬਨਿਟ ਨੂੰ ਵਧਾਈ ਦਿੰਦੀ ਹਾਂ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ, ਸੀਐਮ ਸਾਹਿਬ ਜੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਜੀ, ਮੀਡੀਆ ਸਲਾਹਕਾਰ ਸ਼੍ਰੀ ਰਵੀਨ ਠੁਕਰਾਲ ਜੀ ਅਤੇ ਯੂਥ ਕਾਂਗਰਸ ਪ੍ਰਧਾਨ ਸ਼੍ਰੀ ਬਿਰਿੰਦਰ ਸਿੰਘ ਢਿੱਲੋਂ ਜੀ ਅੱਜ ਸਾਡੇ ਸਨਮੁਖ ਹਨ। ਮੈਂ ਉਹਨਾਂ ਨੂੰ ਵੀ ਜੀ ਆਇਆਂ ਨੂੰ ਆਖਦੀ ਹਾਂ। ਮੈਂ ਸਾਡੇ ਨਾਲ ਜੁੜੇ ਮੀਡੀਆ ਦੇ ਸਾਥੀਆਂ ਦਾ ਵੀ ਸਵਾਗਤ ਕਰਦੀ ਹਾਂ। ਸੂਬਾ ਸਰਕਾਰ ਦੇ ਵੱਖੋ-ਵੱਖ ਪ੍ਰੋਗਰਾਮ ਅਤੇ ਫੈਸਲੇ ਮੀਡੀਆ ਰਾਹੀਂ ਹੀ ਜਨ ਤੱਕ ਪਹੁੰਚਦੇ ਹਨ। ਹੁਣ ਮੈਂ ਮੀਡੀਆ ਐਡਵਾਈਜ਼ਰ ਸ਼੍ਰੀ ਰਵੀਨ ਠੁਕਰਾਲ ਜੀ ਨੂੰ ਬੇਨਤੀ ਕਰਦੀ ਕਿ ਉਹ ਕਾਨਫਰੰਸ ਕੰਡਕਟ ਕਰਾਉਣ ਦੀ ਖੇਚਲ ਕਰਨ। ਧੰਨਵਾਦ। ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੇ 2 ਸ਼ਬਦ ਤੁਹਾਡੇ ਨਾਲ ਸਾਂਝੇ ਕਰਨ। ਸੀਐਮ ਸਾਹਿਬ। ਦੋਸਤੋ, ਪਹਿਲਾਂ ਤਾਂ ਧੰਨਵਾਦੀ ਹਾਂ समय ਕੱਢ ਕੇ ਅੱਜ ਉਰੇ ਆਏ ਹੋ ਸਾਡੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ। ਇਹ 4 ਸਾਲ ਹੋ ਗਏ ਨੇ ਸਾਡੇ, ਔਰ ਇਹ 4 ਸਾਲ ਦਾ ਜਿਹੜਾ ਕੁਛ ਪ੍ਰਾਪਤੀਆਂ ਕੀਤੀਆਂ ਨੇ ਉਹ ਮੈਂ ਤੁਹਾਡੇ ਕੋਲੇ ਕਿਤਾਬ ਪਹੁੰਚ ਗਈ ਹੈ ਤੁਹਾਡੇ ਸੈਸ਼ਨਸ ਦੇ ਵਿੱਚ। ਕੱਲੀ ਚੀਜ਼ ਇਹਦੇ ਵਿੱਚ ਕਿੰਨੀ ਅਸੀਂ ਪ੍ਰਾਪਤੀ ਕੀਤੀ, ਕੀ ਸਿਚੁਏਸ਼ਨ ਹੁੰਦਾ ਸੀ ਔਰ ਕੀ ਹੁਣ ਕਿੱਥੇ ਪਹੁੰਚੇ ਹੋਏ ਅਸੀਂ। ਇਹ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਦੈਟ ਇਹਦੇ ਬਾਵਜੂਦ ਕਿ ਕੋਵਿਡ ਹੋਇਆ, ਹੋਰ ਤਕਰੀਬਨ 1 ਸਾਲ ਹੀ ਸਾਡਾ ਉਸ ਕੰਮ 'ਚ ਹੀ ਪਿਆ ਰਿਹਾ। ਐਜ਼ ਉਹਦੇ ਕਾਰਨ ਇੰਡਸਟਰੀ ਡਾਊਨ ਹੋ ਗਈ, ਸਭ ਕੁਛ ਹੋ ਗਿਆ, ਫਿਰ ਵੀ ਪੰਜਾਬ ਦੀ ਇਕੋਨਮੀ ਹੈਜ਼ ਸਟਾਰਟਡ ਪਿਕਿੰਗ ਅਪ। ਔਰ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉੱਥੇ ਜਿਹੜੇ ਸਾਡੇ of the state, whether it is rural development ਜਾਂ urban development, ਉਹਦੇ ਵਿੱਚ ਅਸੀਂ ਕੋਈ ਘਾਟ ਨਹੀਂ ਆਉਣ ਦਿੱਤੀ। ਗੱਲ ਅੱਗੇ ਜਾ ਰਹੀ ਹੈ। ਲਿਕਰ ਫੋਰ ਇੰਸਟੈਂਸ, ਲਿਕਰ ਤਕਰੀਬਨ ਅਸੀਂ ਐਤਕੀ ਰਿਕਾਰਡ ਟਰਨ ਆਊਟ ਸਾਡੀ ਹੋਏਗੀ। ਜਦੋਂ ਅਕਾਲੀ ਦਲ ਗਿਆ ਉਦੋਂ 4400 ਕਰੋੜ ਦਾ ਰੈਵਨਿਊ ਸੀ। ਐਤਕੀ ਵੀ ਹੋਪ ਟਾਰਗੇਟ ਸੀ ਸਾਡਾ 6000, ਬਟ ਵੀ ਹੋਪ ਟੂ ਗੋ ਟੂ 7200 ਲੀਟਰਸ। ਸੋ ਇਹ ਇੰਪਰੂਵਮੈਂਟ ਉੱਥੇ ਹੈ। ਸੈਂਡ ਦੇ ਵਿੱਚ ਅਸੀਂ ਪਹਿਲਾਂ 35 ਕਰੋੜ ਸੀ ਅਕਾਲੀਆਂ ਦਾ, ਅਸੀਂ ਐਤਕੀ 350 ਕਰੋੜ ਦੇ ਕਰੀਬ ਮਨੀ ਹੈਜ਼ ਬੀਨ ਰਿਕਵਰਡ। ਸੋ ਦੇਰ ਇਜ਼ ਐਵਰੀਵੇਅਰ। ਹੁਣ ਇੰਪਰੂਵਮੈਂਟ ਹੋਣ ਦੇ ਨਾਲ ਡਜ਼ਨਟ ਮੀਨ ਕਿ ਅਸੀਂ ਵਿੱਚੇ ਬਹਿ ਜਾਣਾ ਹੈ। ਅਸੀਂ ਇਹਨੂੰ ਫਰਦਰ ਇੰਪਰੂਵ ਕਰਨਾ ਚਾਹੁੰਦੇ ਹਾਂ ਐਂਡ ਕੁਝ ਕਦਮ ਅਸੀਂ ਚੱਕਾਂਗੇ। ਲੇਕਿਨ ਇਹ ਗੱਲਾਂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਕਿਸਾਨੀ ਦਾ ਜਿਹੜਾ ਮਸਲਾ ਹੈ ਉਹਦੇ ਬਾਰੇ ਕਰਨਾ ਚਾਹੁੰਦਾ। ਅਸੀਂ ਟੋਟਲੀ ਅਪੋਜ਼ਡ ਹੈ ਟੂ ਦੀਜ਼ 3 ਜਿਹੜੇ ਪਾਰਲੀਮੈਂਟ ਦੇ ਕਾਨੂੰਨ ਨੇ। ਉਦੋਂ ਹੀ ਅਸੀਂ ਅਸੈਂਬਲੀ ਸੱਦੀ ਸੀ, ਇਹਨਾਂ ਨੂੰ ਰੱਦ ਕੀਤਾ ਔਰ ਰੱਦ ਕਰਨ ਤੋਂ ਬਾਅਦ ਅਸੀਂ ਆਪਣੇ ਕਾਨੂੰਨ ਉੱਥੇ ਲਿਆਏ ਜੋ ਅਸੀਂ ਸਮਝਦੇ ਹਾਂ ਆਪਣੇ ਕਿਸਾਨੀ ਵਾਸਤੇ ਠੀਕ ਸੀ। ਉਹਦੇ ਵਿੱਚ ਸਾਨੂੰ ਜਦੋਂ ਵਿਧਾਨ ਸਭਾ ਦੇ ਜਦੋਂ ਸਾਡੀ ਆਲ ਪਾਰਟੀ ਮੀਟਿੰਗਸ ਹੋਈਆਂ, ਡਿਫਰੈਂਸ ਆਫ ਅਕਾਲੀ ਦਲ ਵਾਕਆਊਟ ਕਰ ਗਿਆ ਸੀ, ਉਹਦੇ ਵਿੱਚ ਸ਼ਾਮਲ ਨਹੀਂ ਹੋਇਆ, ਆਮ ਆਦਮੀ ਸ਼ਾਮਲ ਹੋਈ। ਲੇਕਿਨ ਪਾਰਲੀਮੈਂਟ ਦੇ ਵਿੱਚ, ਅਸੈਂਬਲੀ ਦੇ ਵਿੱਚ
ਅਸੈਂਬਲੀ ਦੇ ਵਿੱਚ ਸਾਰਿਆਂ ਨੇ ਇਸ ਗੱਲ ਨੂੰ ਸਪੋਰਟ ਕੀਤਾ ਔਰ ਫਿਰ ਅਕਾਲੀ ਲੀਡਰਸ਼ਿਪ ਆਪ ਲੀਡਰਸ਼ਿਪ ਔਰ ਸਾਡੀ ਅਸੀਂ ਰਲ ਕੇ ਜਾ ਕੇ ਗਵਰਨਰ ਸਾਹਿਬ ਨੂੰ ਉਹ ਬਿੱਲ ਜੋ ਪਾਸ ਹੋਇਆ ਸੀ ਯੂਨੈਨਿਮਸਲੀ ਹਾਊਸ ਦੇ ਵਿੱਚ ਉਹ ਦੇ ਕੇ ਆਏ। ਫਿਰ ਉਸ ਤੋਂ ਬਾਅਦ ਅਕਾਲੀ ਦਲ ਔਰ ਆਪ ਫਿਰ ਖੇਡਾਂ ਖੇਡਣ ਲੱਗੇ ਸਿਆਸੀ, ਵਿਚ ਇਜ਼ ਅ ਗ੍ਰੇਟ ਟ੍ਰੈਜਡੀ। ਬਿਕੋਜ਼ ਮੈਂ ਤੁਹਾਨੂੰ ਦੱਸ ਦਿੰਦਾ, ਅਗਰ ਇਹ ਕਾਨੂੰਨ ਲਾਗੂ ਹੋ ਜਾਣ ਤੇ ਬਿਲਕੁਲ ਤਬਾਹੀ ਆ ਜਾਣੀ ਹੈ ਕਿਸਾਨੀ ਦੇ ਵਿੱਚ। ਸਾਡੇ ਲੋਕ 75% ਸਾਡੇ ਕਿਸਾਨ ਗਰੀਬ ਨੇ ਐਂਡ ਦੇ ਕੈਨੋਟ ਡੂ ਥਿੰਗਸ ਔਨ ਦੇਅਰ ਓਨ ਜਿਸ ਤਰੀਕੇ ਨਾਲ ਇਹ ਸਰਕਾਰ ਦਿੱਲੀ ਦੇ ਵਿੱਚ ਚਾਹੁੰਦੀ ਹੈ। ਇੱਕ ਸਿਸਟਮ ਚੱਲਿਆ ਸਾਡਾ 67 ਤੋਂ ਤੁਹਾਡੀ ਗ੍ਰੀਨ ਰੈਵੋਲਿਊਸ਼ਨ ਆਈ ਹੈ 1967 ਤੋਂ ਲੈ ਕੇ ਆੜਤੀਆ ਸਿਸਟਮ ਉਸ ਤੋਂ ਪਹਿਲਾਂ ਕਿਉਂ ਇੱਕ ਸਿਸਟਮ ਨੂੰ ਛੇੜਨ ਦੀ ਤੁਸੀਂ ਕਰ ਰਹੇ ਹੋ? ਕਿੱਥੇ ਜਾਣਗੇ ਕਿਸਾਨ ਜਦੋਂ ਰਾਤ ਨੂੰ ਉਹਨਾਂ ਨੂੰ ਪੈਸੇ ਕਿਸੇ ਨੂੰ ਲੋੜ ਹੈ ਉਹ ਜਾ ਕੇ ਖਟਖਟਾ ਸਕਦਾ ਹੈ ਆਪਣੇ ਆੜਤੀਏ ਦੇ ਦੁਕਾਨ ਦੇ ਜਾਣਗੇ ਉਹ ਦਿੱਲੀ ਕਿਸੇ ਕਾਰਪੋਰੇਟ ਹਾਊਸ ਨੂੰ ਉੱਥੇ ਜਾਂ ਬੰਬੇ ਦੇ ਵਿੱਚ ਉੱਥੋਂ ਲੈ ਕੇ ਆਉਣਗੇ। ਸੋ ਜਿਹੜਾ ਰਿਸ਼ਤਾ ਤੁਸੀਂ ਤੋੜਨ ਦੀ ਕਰ ਰਹੇ ਹੋ ਦਿਸ ਇਜ਼ ਨਾਟ ਐਨ ਇੰਪਰੂਵਮੈਂਟ, ਇਹ ਤਾਂ ਨੈਗੇਟਿਵ ਫੈਕਟਰ ਜਾ ਰਿਹਾ। ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਵਾਈ ਗਵਰਨਮੈਂਟ ਇਜ਼ ਡੂਇੰਗ ਦਿਸ। ਐਂਡ ਅੱਜ ਦੇਖੋ ਕਿੰਨੇ ਸਾਡੇ ਕਿਸਾਨ ਇੱਕ ਅੱਜ ਦੀ ਜੋ ਅੰਕੜੇ ਮੇਰੇ ਕੋਲ ਆਏ ਨੇ 112 ਦੇ ਕਰੀਬ ਸਾਡੇ ਇੱਥੇ ਪੂਰੇ ਹੋ ਗਏ ਨੇ ਇਸ ਦੇ ਦੌਰਾਨ ਪੰਜਾਬ ਦੇ, ਨਾਟ ਕਾਊਂਟਿੰਗ ਬਾਕੀ ਸਟੇਟਾਂ ਦੇ ਜਿਹੜੇ ਪੂਰੇ ਹੋਏ ਨੇ, ਮੈਂ ਪੰਜਾਬ ਦੀ ਗੱਲ ਕਰ ਰਿਹਾ। 112 ਸਾਡੇ ਪੂਰੇ ਹੋ ਗਏ ਨੇ। ਸੋ ਇਟ ਇਜ਼ ਅ ਗ੍ਰੇਟ ਅਨਫੋਰਚੂਨੇਟ ਥਿੰਗ ਜੋ ਹੋਇਆ। ਜਿੱਥੇ ਤਾਈਂ ਹੋਰ ਮਸਲੇ ਨੇ ਡਰੱਗਸ ਦੇ ਉੱਪਰ, ਅਸੀਂ ਡਰੱਗਸ ਦੇ ਉੱਪਰ ਬੜੀਆਂ ਪ੍ਰਾਪਤੀਆਂ ਕੀਤੀਆਂ ਨੇ। ਥੈਂਕ ਯੂ। ਉਹਦੇ ਵਿੱਚ ਵੀ ਹੈਵ ਬੀਨ ਏਬਲ ਟੂ ਬ੍ਰੇਕ ਦੀ ਬੈਕਬੋਨ। ਔਰ ਇੱਕ ਗੱਲ ਮੈਂ ਸਪਸ਼ਟ ਕਰਨਾ ਚਾਹੁੰਦਾ, ਪਤਾ ਨਹੀਂ ਬਾਰ-ਬਾਰ ਮੈਂ ਕਹਿੰਦਾ, ਪਤਾ ਨਹੀਂ ਸੁਣਦੇ ਕਿਉਂ ਨਹੀਂ ਲੋਕ। ਮੈਂ ਜਦੋਂ ਦਮਦਮਾ ਸਾਹਿਬ ਵੱਲ ਗੁਟਕਾ ਸਾਹਿਬ ਚੱਕ ਕੇ ਕੀਤਾ ਸੀ ਔਰ ਸਹੁੰ ਖਾਧੀ ਸੀ, ਮੈਂ ਕਿਹਾ ਸੀ ਮੈਂ ਅੱਜ ਵਾਅਦਾ ਕਰਦਾ ਕਿ ਇਸ ਨਸ਼ਿਆਂ ਦਾ ਲੱਕ ਤੋੜਾਂਗਾ। ਮੈਂ ਨਹੀਂ ਕਿਹਾ ਸੀ ਕਿ ਮੈਂ ਉਡਾ ਦਾਂਗਾ ਉਸ ਨੂੰ। ਹੁਣ ਤੁਸੀਂ ਉਹਦੇ ਨਾਲ ਕਿਤੇ ਕਿਤੇ ਅਖਬਾਰ ਇਹ ਵੀ ਜੋੜਨ ਲੱਗ ਗਏ ਕਿ ਉਹਨਾਂ ਨੇ ਇਹ ਵੀ ਵਾਅਦਾ ਕੀਤਾ ਸੀ ਕਿ ਲਿਕਰ ਖਤਮ ਹੋਊਗੀ, ਇਹ ਵੀ ਵਾਅਦਾ ਕੀਤਾ ਸੀ ਫਲਾਣੀ ਚੀਜ਼ ਖਤਮ ਹੋਊਗੀ। ਮੈਂ ਕਦੇ ਨਹੀਂ ਕੀਤਾ। ਮੈਂ ਇੱਕ ਵਾਅਦਾ ਕੀਤਾ ਸੀ, ਉਹ ਦਮਦਮਾ ਸਾਹਿਬ ਗੁਟਕਾ ਸਾਹਿਬ ਚੱਕ ਕੇ ਰਾਮਪੁਰੇ ਫੂਲ ਚੋਂ ਬੋਲ ਰਿਹਾ ਸੀ ਮੈਂ, ਔਰ ਮੈਂ ਕਿਹਾ ਸੀ ਕਿ ਇਸ ਨਸ਼ਿਆਂ ਦਾ ਲੱਕ ਮੈਂ ਤੋੜਾਂਗਾ। ਪਲੀਜ਼ ਬੀ ਕਲੀਅਰ ਆਪਣੀ ਸਟੇਟਮੈਂਟਾਂ ਵਿੱਚ। ਨਹੀਂ ਆ ਜਿਹੜੇ ਹੋਰ ਨੇ ਹੋਰ ਉਹਨਾਂ ਨੂੰ ਕੰਮ ਨਹੀਂ, ਉੱਥੇ ਜਾ ਕੇ ਰੌਲਾ ਪਾਉਣ ਲੱਗ ਜਾਂਦੇ ਔਰ ਗਲਤ ਗੱਲਾਂ ਉੱਥੇ ਕਰਨ ਲੱਗ ਜਾਂਦੇ ਨੇ। ਸੋ ਡਰੱਗਸ ਵੀ ਆਰ ਇਨ ਅ ਵੈਰੀ ਗੁੱਡ ਸਿਚੁਏਸ਼ਨ ਐਟ ਦ ਮੋਮੈਂਟ। ਅਸੀਂ ਇਹਨੂੰ ਹੋਰ ਸਟਰੈਂਥਨ ਕਰ ਰਹੇ ਹਾਂ। ਤੁਹਾਨੂੰ ਪਤਾ ਹੈ ਕਿ ਵੀ ਹੈਵ ਸਟਾਰਟਡ ਐਨ ਆਪਰੇਸ਼ਨ ਰੈੱਡ ਰੋਜ਼ ਵਿਚ ਇਜ਼ ਨਾਓ ਗੋਇੰਗ ਥਰੂ। ਔਰ ਜਿਹੜੇ ਅਸੀਂ ਲੋਕਾਂ ਨੂੰ ਇੱਥੇ ਇਲਿਸਿਟ ਫੈਕਟਰੀ ਖੰਨਾ, ਇਲਿਸਿਟ ਫੈਕਟਰੀ ਸ਼ੰਭੂ, ਹੂਚ ਟ੍ਰੈਜਡੀ, ਪੱਟੀ ਬਟਾਨਾ, ਜਿੱਥੇ ਅਰੈਸਟ ਐਂਡ FIRs ਵਗੈਰਾ ਸਾਰੀਆਂ ਨੇ, ਇਹ ਪੂਰਾ ਸਾਡਾ ਕੰਪਲੀਟ ਨਹੀਂ ਹੋਇਆ in the sense कि FIR ਤਾਂ ਹੋ ਗਿਆ ਲੇਕਿਨ cases are going on and I hope that these cases will come to a conclusion ਤੇ ਜਿਹੜੇ ਬੰਦਿਆਂ ਨੇ ਇਹ ਗੱਲ ਕੀਤੀ ਹੈ ਉਹਨਾਂ ਨੂੰ ਜੋ ਵੀ ਸਜ਼ਾ ਕੋਰਟ ਦੇਊਗੀ ਉਹ ਦੇ। ਅਨਫੋਰਚੂਨਟਲੀ ਲੀਗਲ ਸਿਸਟਮ ਬੜਾ ਸਲੋ ਹੈ ਸਾਡਾ ਉਰੇ। there is however ਸਾਰਿਆਂ ਦੇ ਨਾਮ ਆ ਗਏ ਨੇ, all have been charge sheeted and this in ENA supply chain Amritsar, illegal bottling plant at Rajpura and ਹੋਰ ਕਿਹੜੇ ਜਿਹੜੇ ਵੀ ਹੈ ਸਾਰੇ ਕੁਝ ਹੈ ਮੇਰੇ ਕੋਲ। and this issue is going to be concluded। ਇਹ ਮੇਰਾ promise ਹੈ ਤੁਹਾਡੇ ਨਾਲ that we will finish this, break this backbone of this। ਬਰਗਾੜੀ ਦਾ ਮਸਲਾ, ਬਰਗਾੜੀ ਅਸੀਂ ਹੁਣ ਸਿਰੇ ਚੜਾ ਦਿੱਤੀ ਹੈ। ਲਾਸਟ FIR these chalans are being filed in Faridkot। Everything has been brought under control. Everyone has been charge sheeted. There is nobody who is not charge sheeted. I have the figures here. Investigation of Bargadi, Kotkapura firing case. There is FIR number so and so, FIR number so and so. On the recommendation of Justice Ranjit Singh Commission, Bamble Clan firing case, police station Baja Khana, police station two FIRs there. Idhar khol dena. Kad de. ਇਹਦੇ ਨਾਲ ਪਿੱਛੇ ਇਹ ਹੈ ਕੋਟਕਪੂਰਾ ਫਾਇਰਿੰਗ ਕੇਸ 14th October ਵਾਲਾ, ਉਹ ਵੀ 4 charge sheets have been filed। 7 persons have been charge sheeted including Umran Angal, Charanjit Sharma, Mantar Barat, Gurdeep Singh,
Baljeet Singh Prem and Sumit Singh Saini and Paramjeet Singh Pannu. Stay then last and final challan is now been submitted on to Faridkot one of these days. ਤੇ ਕੋਟਕਪੂਰਾ ਫਾਇਰਿੰਗ ਕੇਸ 14 ਨਵੰਬਰ ਦਾ ਸਾਰੇ ਚਲਾਨ ਫਾਈਲ ਹੋ ਗਏ। ਬਲਜੀਤ ਸਿੰਘ SP, ਗੁਰਦੀਪ ਸਿੰਘ SHO ਐਂਡ ਚਾਰਜ ਸ਼ੀਟ ਨੰਬਰ ਆਫ 13 ਅਗਸਤ ਵਗੈਰਾ। ਅਨਫੋਰਚੂਨਟਲੀ ਇਹ CBI ਨੂੰ ਕੇਸ ਚਲਾ ਗਿਆ ਸੀ। ਇਹਦੇ ਬਾਵਜੂਦ ਕਿ ਅਸੀਂ ਪੁੱਛਦੇ ਰਹੇ ਅੰਤ ਵਿੱਚ ਜਾ ਕੇ ਉਹਨਾਂ ਨੇ ਸਾਨੂੰ ਮੋੜਿਆ, ਪਰ ਮੋੜਿਆ ਰੀਸੈਂਟਲੀ, ਔਰ ਉਹ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਉਹਨੂੰ ਅਸੀਂ ਫੈਬਰਵਰੀ ਦੇ ਵਿੱਚ ਉਹ ਕੇਸ ਉਹਨਾਂ ਨੂੰ ਮਿਲ ਗਿਆ ਜੋ CBI ਤੋਂ ਵਾਪਸ ਹੋਇਆ, so that we can proceed on that matter also. So ਇਹ ਬੇਸਿਕਲੀ ਗੱਲਾਂ ਸੀ ਮੇਰੇ ਵੱਲੋਂ। ਸੌਰੀ ਹੁਣ ਦੋ ਗੱਲਾਂ ਨੇ which I think you should know for a fact. I'll before ਤੁਸੀਂ ਕੋਈ ਮੈਨੂੰ ਸਵਾਲ ਕਰੋ। ਇੱਕ ਤਾਂ ਕੋਵਿਡ ਦਾ ਮਸਲਾ। ਕੋਵਿਡ is in a very dangerous situation again. ਕੱਲ੍ਹ ਮੇਰੀ ਕਾਨਫਰੰਸ ਹੋਈ ਸੀਗੀ, ਵੀਡੀਓ ਕਾਨਫਰੰਸਿੰਗ ਸਾਡੇ 7 ਚੀਫ ਮਿਨਿਸਟਰ ਸੇ ਅਸੀਂ ਵਿਦ ਪ੍ਰਾਈਮ ਮਿਨਿਸਟਰ, ਔਰ ਉਹਨਾਂ ਨੇ ਉਹ ਕੁਛ ਸਾਨੂੰ suggestions ਭੇਜਣਗੇ। nevertheless Punjab is going to take action because ਮੇਰੇ ਅੱਜ ਦੇ ਫਿਗਰਸ ਨੇ ਜੋ ਕੱਲ੍ਹ ਸ਼ਾਮ ਤੱਕ 39 people have got new COVID and 35 ਸਾਡੀਆਂ ਮੌਤਾਂ ਹੋਈਆਂ ਨੇ। ਪਰਸੋਂ ਹੋਈਆਂ ਸੀ 34 ਮੌਤਾਂ, ਚੌਥੇ ਹੋਈਆਂ ਸੀ 40 ਮੌਤਾਂ। ਇਹ ਸਾਡਾ ਵਾਸਤੇ ਬਹੁਤ ਕ੍ਰਿਟੀਕਲ ਸਿਚੁਏਸ਼ਨ ਹੈ and I am going to be very tough on this. I know ਕਈਆਂ ਨੂੰ ਪਸੰਦ ਨਹੀਂ ਆਉਣਾ, but that is my duty and I will do it. Now today I will announce one thing and the rest ਅਗਲੇ 2 ਦਿਨਾਂ 'ਚ we are meeting with our COVID team including Dr. Talwar and ਉਹਨਾਂ ਸਾਡੇ ਵਾਈਸ ਚਾਂਸਲਰ ਨੇ ਫਰੀਦਕੋਟ ਤੇ and then also Dr. Rajkumar ਜੋ ਸਾਡੇ community medicine ਦੇ ਨੇ from PGI, and we will chalk out a full program. But to start with, I think today we will enforce curfew from 9 o'clock, not 11 o'clock. I am going to start that today, and the rest of the things within a day or so I will make these announcements. ਇਹ ਸਾਨੂੰ ਕਰਨਾ ਪਊ, ਸਾਨੂੰ restrict ਕਰਨੇ ਪੈਣਗੇ. We will have to cut down on movement. I have seen a newspaper report that the Chief Minister of Himachal wants me to restrict religious activity, which is people going to Himachal. I do not know what, I've only seen a newspaper report. मेरे को हाले उन्हां दी चिट्ठी नहीं आई। जब आऊगी I will talk to them. I am not in favor of restricting religious movement. This is everyone's right. सारियां दी right है कि अपने धार्मिक जगह किसी ने जाना होए, any of our pilgrimage places have the right to go there. लेकिन how we can control it, what we can do after the Chief Minister's letter arrives, then I'll say it. I'm saying it इसलिए क्योंकि तुसी मैंने अखबारां च जाया, so there may be a question on it, so I'll say, but I'm sure he is as concerned about it as we are and our other states also. So मैं दसूंगा after we finish this meeting on COVID, which will be held today or tomorrow. Curfew is totally Punjab. Let me tell you, the situation is going bad. No, we are not going to do it in all. We are going to do it in 7 districts first. मैं थोड़ा दस देना curfew तो लगे हुआ है from 11 o'clock. I am bringing it down. Ludhiana has had 200. Can I just take this? What have I done with my annex? I haven't got my annex. लुधियाने दे 233 केस ने, जलंधर दे 277 केस ने कल दे, पटियाले दे 203 ने, मोहाली दे 222 ने, अमृतसर दे 178, गुरदासपुर दा 112, हुशियारपुर दे 191 and Kapurthala 157 and Ropar 113. A state, these districts which are over 100. बाकी तक घट ने, जैसे हुण फर्ज करो मोगा 20 है, फतेहगढ़ साहब 40 ने, किते 33 है, किते 20. So unless this rises, I hope people understand कि मास्क पाना पऊ, हाथ धोने पैणगे, for God's sake तुसी अपने पंजाबियों की जाना बचाइए. And I till such time ये जेडे 7 district ने, there I am bringing forward curfew from 9 o'clock. एक तो ये है. I'll come to you. जब तुसी सवाल पूछने मैंने पूछ लेना. जेडी मैं बस दूजी गल करनी सी,
ਉਹ ਹੈ ਕੋਵਿਡ ਤੋਂ ਇਲਾਵਾ ਇਜ਼ ਨੈਸ਼ਨਲ ਸਿਕਿਉਰਿਟੀ। ਤੁਸੀਂ ਕਈ ਵਾਰ ਮੈਨੂੰ ਪੁੱਛਦੇ ਆ, ਅਖਬਾਰਾਂ ਵੀ ਰਾਹੀਂ ਵੀ ਪੁੱਛਦੇ ਹੋ ਕਿ ਵਾਟ ਹੈਜ਼ ਹੈਪਨਡ ਅਬਾਊਟ ਨੈਸ਼ਨਲ ਸਿਕਿਉਰਿਟੀ। ਤੁਸੀਂ ਨੈਸ਼ਨਲ ਸਿਕਿਉਰਿਟੀ ਦਾ ਜ਼ਿਕਰ ਕਰੀ ਜਾਂਦੇ ਹੋ, ਐਂਡ what do you mean by this? I mean national security. I mean when somebody breaches my borders, it's breaching the borders of my country. We have since October, jab to ek kisan andolan chale hain, there has been a perceptible increase in the number of drones. Hun drone pehla ta hunde se tunneling karke nikalde se, taran de thalle nikalde se, phir nadiyan de paar karde se, hun drone system chal paya, and we have had a number of drones which have come into us, which we have caught. Each drone is carrying 5 pistols with 2 magazines of 10 rounds each. It is carrying grenades, it is carrying heroin, it is carrying counterfeit Indian money to compromise our economy. And more than that is weapons. I do not know, but we have received, in terms of weapons, since we have received 1900 weapons which we have caught, 11,000 rounds of ammunition which we have caught, number of hand grenades which we have caught. What we have not caught is my problem. Oh, gaye kithe ne? And that is what is worrying me. And that is why when I talk of national security, that is what I talk about. Is vele, these Khalistani cells which are existing here are dormant. Lekin they are being fed with this weaponry, ताकि they can increase their activity. And I promise you one thing, as long as I am here, no Khalistani, no any Pakistani of any type of terrorist activity will go here. I will deal with them so strongly, and if they think away with it, as long as I am here, nobody is going to get away with it. I can promise you this. I'll break that backbone of that movement. But Pakistan is not going to stop. Pakistan has its own objectives, very clearly. They've got us engaged. They want us to be engaged in Punjab so that they are free to act in elsewhere. I'm sure Government of India and our Indian Army and all are well aware of it. But for me, I have a 600-kilometer long border, right from Jammu right down to Fazilka, and I'm damned if I'm going to let any of these fellows make a mess in my area. So that is one of my state things. And the other thing which I want to say, which I will end with my side, and then you can say what you ask me, what you wish. I want to assure Punjab that I will leave no stone unturned to fulfill every promise that the Congress party has made to the people of Punjab when we started this government. And I will go back to them early next year to seek their blessings once more. So I will finish everything that I've done, and on this finishing process, let me tell you one thing. We have today completed 85% of our manifesto. This is a record for India. The last time somebody crossed 80 was 81%, which was done by Chandrababu Naidu when he was Chief Minister of Andhra Pradesh. After that, we have now completed 85%, and we will complete our promises, and only then I will go to the people. Hundar Sudi, pucho. Anything? Please. यार एक मिनट, we'll go by alphabetically, ऑर्गेनाइजेशन के नाम से जाएंगे क्योंकि काफी लोग हैं, और मैं रिक्वेस्ट करूंगा कि एक ऑर्गेनाइजेशन से एक जना ही सवाल पूछे. So we will start with आज तक. हाँ जी, नहीं आ रही जी, आवाज नहीं आ रही. हेलो Now it is. कैप्टन साहब, जब आपने इलेक्शन कैंपेनिंग शुरू करी थी, हमें याद है सेक्टर 42 के स्टेडियम में आपने कहा था कि पैसे की कमी पंजाब में किसी कीमत पर नहीं होने दी जाएगी, और हम अरेंजमेंट्स करेंगे कि स्टेट रेवेन्यू जनरेट करेगा और उससे किसानों के कर्जे माफी करेंगे. और जो वादा था आपका कर्जे कुड़की माफ, क्या आप समझते हैं कि वो पूरा हो पाया? क्योंकि सबसे अहम आज के टाइम है, क्योंकि
किसान कहीं ना कहीं परेशान है और इसी वजह से आज वो कहीं ना कहीं दिल्ली और हरियाणा में लगातार प्रोटेस्ट कर रहे हैं। मेरी फिगर्स आई थिंक आप जानते हो कि वी हैव स्पेंट नियरली 4,700 करोड़ ऑन कर्जा माफ़ी, और हमने लिमिट किया है इसको अप टू अ सर्टन एरिया दैट इज़ 7 एकर्स ऑफ लैंड, जो उसके छोटे छोटे किसान हैं, और उनको हम ये अगर मेरे पास पैसे होते, देखिए जब ये बना था हमारी, नोबडी न्यू कि कोविड वाज गोइंग टू कम। कोविड ने 1,000 करोड़ से ज़्यादा हमारा पैसा ले लिया, एंड दैट्स ओनली स्टार्टिंग। नाउ वी आर गोइंग टू स्टार्ट more money now we require. So we have gone through that, number one. Number two, Punjab's revenue, because industries जैसे पे अपने लुधियाना है, there are 2,34,000 industrial houses. By the time COVID we had done a shutdown, we had 0 industry working. 234, all 234 was shut down. मैंने ट्रेनें की, सारी लेबर को यूपी भेजा, जो कुछ भेजा to help them out. But end result was that Punjab industry went down. When the industry went down, there was no money. And so you have to take into account. So yes, we had said we will cover the entire cost, but it is within our resources, जितने ऐसी दे सकते हैं। तो अभी तक तो हमने किए हैं up to 750 people. I think it's in terms of numbers, I have the figures also, they are somewhere here, in terms of numbers, just see. So that is it at the moment, for the moment. Let us hope that the revenue increases. It is increasing. As I told you, industry is also picking up. Liquor has picked up. Sand has picked up. Everything is picked up. As and when I get more money, I will give it to the farmers. Next people we are giving it to is the farm laborers. वो अभी रह गए थे, पहले उनको देंगे, और फिर then we will see जितनी availability है to cover other people in the agriculture sector. है जी? 1,700 crores. We have provided 1,700 crores. 4,700 for 5.6. Yeah, here it is. We have given books, all these, but मैं कह देता हूँ कि हमने 4,624 करोड़ दिए हैं as debt relief to 5,64,000, 5,64,000 लाख फार्मर्स को हमने ये डेट रिलीफ किया। Anything else? ABP News. सुन नहीं रहा। Well, I can tell you that I hope that the experts are wrong, but the figures that the way they're growing, it's not a good figure. I have 2,000 something today, and then, you know, what is more disturbing is I've got 283 people on high dependency unit, which is oxygen, and I've got 27% on ventilators, 27 people on ventilators. So my fear is there. One thing I will ask all of Punjabis to do, please, the moment you get some sort of a feeling, body ache, throat little cold, or throat problem, or something sore throat, please go to the doctor. साडा ये प्रॉब्लम हो रही है ना, पंजाबियों की साड़ी आदत है कि ज़्यादा ताईं अखीरला दम नहीं रहता, भजाते नहीं डॉक्टर को कि ठीक हो जाएंगे, मौसम बदल गई जी, फलाना हो गया, टिमका हो गया, and end result is we end up in the hospitals too late. Now I have got 83 people today on oxygen, on high dependency unit. Why? Had they come earlier, ਜਦੋਂ ਉਹਨਾਂ ਨੇ ਸ਼ੁਰੂਆਤ ਹੀ ਹੋਈ ਸੀ, ਉਹਨਾਂ ਨੂੰ ਕੋਈ ਇਹਦੀ ਜਾਣ ਦੀ ਲੋੜ ਹੀ ਨਹੀਂ ਸੀ, ਇਹਨਾਂ ਨੇ ਘਰ ਤੇ ਹੀ ਇੱਥੇ ਦੇ ਗਿਵਨ ਦਮ ਪੈਰਾਸੀਟਾਮੋਲ or something, ਉੱਥੇ ਠੀਕ ਹੋ ਜਾਣਾ ਸੀ। ਤਾਂ ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਪਲੀਜ਼ ਜਦੋਂ ਤੁਹਾਨੂੰ ਕੋਈ ਗੱਲ ਇੱਥੇ ਮਹਿਸੂਸ ਹੁੰਦੀ ਹੈ ਕਿ ਮੈਂ ਠੀਕ ਨਹੀਂ ਅੱਜ ਮੇਰੀ ਤਬੀਅਤ, go to your doctor, get your COVID test. ਅਸੀਂ 30,000 ਟੈਸਟ ਡੇਲੀ ਕਰ ਰਹੇ ਹਾਂ। Go to your center where testing is done.
and please do this, because जैसे तुसी आज मैंने कहा है कि we will reach 3,000, I hope not. I've got my fingers crossed, but to prevent it happening, I will take action. And we are meeting with our team, I think tomorrow or today, later this evening, and we will make announcements of stringent measures. I'm not going to be easy. Now here, look at this. I have got action being taken by the police on various people who are violating this territory. Today I've had 2,200 people challan, nobody cares. Every day it's 2,000, 1,500, 1,600, 1,700 challans in the which like that. And nobody cares. So this is there's somebody here. No, it's not. One of these things. Anyway, that is the thing that I agree with you 100%. I'm very concerned about this, and we will take whatever. चाहे लोगों को पसंद होए, we will restrict movement, we will restrict gatherings, we will do everything in our powers to ensure that this disease does not spread. It is not restricted to anyone today. I've even requested the Prime Minister that 30% of my cases in Punjab are of children under the age, and people under the age of 50. For God's sake, allow us to give them injections. Let us allow the judiciary to get injections so that courts can start functioning. Let us allow bus conductors, let us conduct anybody who has a public dealing, allow us to give them. I hope they will permit it. Ajit. Virender, the reports here, but Virender. हेलो, मैं हरकमलजीत सिंह हाँ जी, अजीत तो कमल जी, हाँ जी सर। एक थोड़ा जिहा पोलिटिकल सवाल पूछना चाहना। ਤੁਹਾਨੂੰ ਕੱਲ ਨਵਜੋਤ ਸਿੰਘ ਸਿੱਧੂ ਮਿਲੇ ਸੀ, ਮੇਰੇ ਖਿਆਲ 'ਚ ਤੁਹਾਡੇ ਨਾਲ ਕਈ ਵਾਰੀ ਉਹ ਖਾਣਾ ਵੀ ਖਾ ਗਏ ਨੇ, ਚਾਹ ਵੀ ਪੀ ਗਏ ਨੇ, ਪਰ ਸਾਨੂੰ ਪੱਤਰਕਾਰਾਂ ਨੂੰ ਇਹ ਲੱਗ ਰਿਹਾ ਵੀ ਕੋਈ ਉਹਦਾ ਨਤੀਜਾ ਨਹੀਂ ਨਿਕਲ ਰਿਹਾ। ਜਿਹੜਾ ਇੱਕ ਇਹ ਚਰਚਾ ਹੈ ਕਿ ਉਹਨਾਂ ਨੂੰ ਤੁਸੀਂ ਪੋਲੀਟੀਕਲੀ ਬਹਾਲ ਕਰਨਾ ਹੈ, ਉਹ ਬਹਾਲੀ ਸ਼ਾਇਦ ਡਿਲੇ ਹੋ ਰਿਹਾ ਉਹਦੇ ਵਿੱਚ ਜਾਂ ਲੇਟ ਹੋ ਰਹੀ ਹੈ, ਉਹਦਾ ਕੀ ਕਾਰਨ ਹੈਗਾ? Look, it is a person. As far as ਅਸੀਂ concerned, everyone wants Navjot to be part of our team. He is very much ਸਾਡਾ ਹਿੱਸਾ ਹੈ। ਔਰ ਜਿੱਥੇ ਤੱਕ ਮੇਰਾ ਪਰਸਨਲ ਗੱਲ ਹੈ, I have known him since the age of 2. And ਜਦੋਂ ਸਰ ਭਗਵੰਤ ਸਿੰਘ ਸਾਡੇ ਪਟਿਆਲਾ, ਇਨਫੈਕਟ ਮੇਰੇ DCC ਪ੍ਰੈਜ਼ੀਡੈਂਟ ਸੀ ਜਦੋਂ ਮੈਂ ਪੋਲੀਟਿਕਸ 'ਚ ਆਇਆ, ਔਰ ਉਹਨਾਂ ਨੇ ਮੈਨੂੰ ਗਾਈਡ ਕੀਤਾ ਸੀ ਮੇਰੀ ਪਹਿਲੀ ਇਲੈਕਸ਼ਨ 'ਚ। ਤਾਂ ਮੇਰਾ ਤਾਂ ਇਹਨਾਂ ਦੇ ਫਾਦਰ ਨਾਲ, ਇਹਨਾਂ ਦੀ ਫੈਮਿਲੀ ਨਾਲ ਬਹੁਤ ਸਾਡੇ ਰਹੇ ਨੇ। Now he is at the moment we had a very cordial meeting. Unfortunately, lunch नहीं हो सकिया because lunch कुछ होर मैंने जाना पिया सी, but आए मेरे नाल चाह पीती, काफ़ी देर उत्थे रहे, बड़ी प्यार नाल गल्लां होईयां, and I am sure साडे नाल वो थोड़ा time मांगदे ने, let him have his time, and then he will come back to us. I'm sure he will be part of our team. Amar Ujala. Yeah, here it is. Here now I'll guess somebody, this was asking, I think, who asked me before, just before? ABC. Now just for your information, yesterday we had people challan 2,114 for not wearing masks, 137 for spitting, and three people for non-compliance of social distancing. At the moment, social distancing is not that, we haven't announced it, but we will announce it, and we will announce also the number of people that can come into a gathering. Anji. Amar Ujala. सर एक होर पोलिटिकल क्वेश्चन है, मुख्तार अंसारी कांग्रेस यूपी और पंजाब दे विच एक नवी खिंचतान शुरू हो गई। प्लीज नेड़े रख लो जी आवाज। सर मुख्तार अंसारी नूं लैके पंजाब और यूपी दोनों च एक खिंचतान भी है और कांग्रेस ते कई तरह के इल्जाम लगने शुरू हुए, इस ते की स्थिति बनेगी? देखो मैनू, firstly this is sub judice matter, I cannot comment on it. Number two, if he has committed any crime in Punjab, he will have to face the consequences in Punjab. And उस तो बाद एक बार consequences courts अपना फैसला कर लें, फिर जितने मर्जी ले जाना ले जान. Nobody is looking after anybody here, and this is a wrong perception जिहड़ी जा रही है. If he has committed a crime in Punjab, he has to pay for that crime in Punjab. ANI. Oh, हाँ जी.
Hello. Sir, as you mentioned about the increasing number of COVID cases, what restrictions to be followed by the people now? As we know, the COVID cases rapidly increase in the some of district of Punjab, sir. समझा नहीं मैं रिस्ट्रिक्शन थोड़े ते अनाउंस कर सकिया एक कोई चीज़ मैं की है कि वी विल ब्रिंग फॉरवर्ड ऑन इन 7 डिस्ट्रिक्ट्स दी ਜਿਹੜਾ ਸ਼ਾਮ ਨੂੰ ਅਸੀਂ ਉਹ लॉकडाउन करना है कर्फ्यू करना है बट ਜਿਹੜੀ ਬਾਕੀ ने देखो मेरी टीम इज़ हेडेड बाय डॉक्टर तलवार who is director of PGI. He has with him Dr. Raj Bahadur, who's a vice chancellor of the medical university, and he has Dr. Raj Kumar, who has retired as the head of the department of community medicine from PGI. ये चार ने मेरी medical team. Now they are every day meeting in the evening at 7:30, but they are going to meet with me and my officers either this evening or tomorrow morning. And we will take the advice from them and जो suggest कर देने we will do that. Sir, and I can assure you कि मैं करूँगा बड़ी सख्त तरीके नाल because इस सख्ती चलेगी इस होर नहीं चलना and मैं आस करदा कि सारे पंजाबी साडे नाल कोऑपरेट करन इहदे विच क्योंकि साडे पंजाबियां दे जाना दा सवाल है पान खतरा है लोगों नूं and मैं नहीं चाहता कि होर नुकसान साडे पंजाबियां दा होवे. Sir, about the district, is it 7 or it's a 9 imposing of curfew, sir? How many districts I've just given you? I just told you that I think we are doing 7 districts from today. जिन्ना दा 100 तो ऊपर हो गया किन्ने ने 2 3 4 5 6 7 7 8 और 9 डिस्ट्रिक्ट जिन्हों ने 100 केसेस पर डे जिन्हें होने लग गया. ANB न्यूज़ जगतार. सर मेरा सवाल है कि तुसी बेअदबी कांड का जिक्र किया गा और कई पुलिस अफसरां दे नाम का भी खुलासा किया उस दे विच की साबका मुख्यमंत्री का That is for investigation to prove. I can't say anything. ਜਦੋਂ ਇਨਵੈਸਟੀਗੇਸ਼ਨ ਹੋਣੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਹੈ और मिस्टर कंवर विजय प्रताप इज डूइंग दिस इन्वेस्टिगेशन. अगर उन्होंने लगता है कि कोई सीनियर पुलिस ऑफिसर मेरा ख्याल वह बयान आया परसों कि आई विल बी डूइंग अ चलान अगेंस्ट सीनियर पुलिस ऑफिसर्स एंड सीनियर पॉलिटिशियंस. केड़े ने आई डोंट इंटरफेयर इन दैट इज हिज जॉब. लेट हिम डू हिज जॉब एंड इफ ही फील्स दैट एनी सीनियर पॉलिटिशियन या कोई भी सीनियर पॉलिटिशियन या कोई भी सीनियर पुलिस ऑफिसर इन्वॉल्व है वो आप ही चलान करूँगा उन्होंने खिलाफ. बलजीत बल्ली बाबूशाही. कैप्टन साहब दो सवाल है मेरे. सत श्री अकाल जी. एक पहला सवाल कि ओवर सेंट्रलाइजेशन हो रही है सेंट्रल गवर्नमेंट सारा कुछ ही अपने कब्जे करी जा रही है तो जो कुछ हो रहा है पोलिटिकल फॉल आउट की होएगा स्टेट्स से कि स्टेट्स सारिया डिपेंडेंट हो रही हैं निर्भर हो रही है सेंटर वाली झाकना पैंदा सारा ਇਹਦਾ पोलिटिकल फॉल आउट की होएगा. एक मेरा सवाल है Well, I agree with you. This total centralization ਦੇ ਮੈਂ ਬਿਲਕੁਲ ਖਿਲਾਫ ਹੈ. ਫੈਡਰਲ ਸਟਰਕਚਰ ਦਾ ਤਾਂ ਸਾਡਾ ਬਿਲਕੁਲ ਹੀ ਤੁਸੀਂ ਧੱਜੀ ਉਡਾ ਰਹੇ ਹੋ. Where is the federal structure left? Federal structure under the constitution, you had one portion which was the powers, the center ਦੇ ਪਾਵਰ ਸੇ और एक हिस्सा ਹੁੰਦਾ ਸੀਗਾ states ਦੇ powers under section 67 I think it was. And ਉਹਦੇ ਵਿੱਚ ਤੁਸੀਂ ਕਰਕੇ ਤਾਂ ਦਿਨ ਪਰ ਦਿਨ ਤੁਸੀਂ ਖਿੱਚੀ ਜਾ ਰਹੇ ਹੋ ਆਪਣੇ ਪਾਵਰ. ਸਾਡੇ ਕੋਲ ਕੀ ਛੱਡਦਾ ਤੁਸੀਂ. ਇਹ ਮੈਨੂੰ ਹੁਣ ਦੇਖੋ एग्रीकल्चर इट इज़ अ स्टेट सब्जेक्ट. इन्होंने की अधिकार से कि बगैर स्टेटा पूछे तुम करें. अच्छा ये दिस आई वॉन्ट टू कम ऑन दिस इशू. एक चीज़ आई जाती है बार बार कि अमरिंदर सिंह उत्थे जाके इसका हिस्सा बनया. प्लीज़ मेक इट क्लीयर. सारे मैं कहना चाहना सानू जदों ये अनाउंस की सी प्राइम मिनिस्टर ने एक कमेटी हैडेड बाय दैट चीफ मिनिस्टर ऑफ महाराष्ट्र. पंजाब उहदा मैंबर नहीं सी और पंजाब दे रहे हैं 40% टू द फूड पूल. मैं चिट्ठी लिखी प्राइम मिनिस्टर नूं कि हाउ कैन यू टेक डिसीजनस जिथे एक स्टेट 40% दे रहे और तुसी उसनूं इंक्लूड नहीं कर रहे. उन्होंने फिर सानू इंक्लूड करता. उदों ताई अपनी पहली मीटिंग इन्हां दी हो चुकी सी एंड दे हैड टेकन अ पॉलिसी डिसीजन. फिर सैकेंड मीटिंग हुई ऑन सम फाइनैंशियल मैटर.
ਜਿੱਥੇ ਬੰਬੇ ਦੇ ਵਿੱਚ ਹੋਈ ਸੀ, ਐਂਡ ਆਈ ਸੈਂਟ ਆਰ ਫਾਈਨੈਂਸ ਮਿਨਿਸਟਰ ਟੂ ਅਟੈਂਡ दैट। तीसरी मीटिंग हुई सी कान सिंह पन्नू सैक्रटरी एग्रीकल्चर, ਉਹਨੂੰ ਸਿਰਫ ਇਹ ਕਿਹਾ ਗਿਆ गवर्नमेंट हैज़ टेकन द डिसीजन, कन्वे टू योर गवर्नमेंट। Where did Amarinder Singh go into this? Where did Amarinder Singh be part of this whole process? ਇਹ ਤਾਂ ਸਿਰਫ ਮੇਰੇ ਕਹਿਣ ਤੇ ਉਹਨਾਂ ਨੇ ਪੰਜਾਬ ਨੂੰ ਇਨਕਲੂਡ ਕੀਤਾ ਇਹਦੇ ਚ। ਕੈਪਟਨ ਦੂਜਾ ਥੋੜਾ ਜਿਹਾ ਲਾਈਟਰ ਥੋੜਾ ਜਿਹਾ ਲਾਇਕ ਕਿ ਤੁਸੀਂ ਬੜਾ ਆਪਣੇ ਆਪ ਨੂੰ ਫਿੱਟ ਰੱਖ ਰਹੇ ਹੋ ਅੱਜ ਕੱਲ ਤੇ ਤਿਆਰੀ ਕਰ ਰਹੇ ਹੋ, ਸਰੀਰ ਤਾਂ ਫਿੱਟ ਲੱਗ ਰਿਹਾ ਥੋੜਾ ਪਹਿਲੇ ਨਾਲੋਂ, ਤੇ ਸੁਣਿਆ weight ਵੀ ਘਟਾ ਲਿਆ ਤੁਸੀਂ, ਉਹ ਸਾਨੂੰ ਵੀ ਗੁਰ ਦੱਸ ਦਿਓ ਉਹਦਾ। 15 ਕਿਲੋ ਹਾਂਜੀ 25 ਜੁਲਾਈ ਤੋਂ ਸ਼ੁਰੂ ਕੀਤਾ ਹੈ, the guidance of a very good dietitian from Delhi, और उन देख लो 7 महीने हो गए 15 किलो घट गया। पर तुम मेरे ते निगाह क्यों रख रहे हो? मैं तो 10 किलो और जाना है। BBC चढ़ती कला टाइम्स, हाँ देखो भास्कर बाजवा साहब ਡੇਲੀ ਹੁਕਮ ਸਰ ਇੱਦਾਂ ਹੈ ਕਿ ਬਿਲਕੁਲ ਹੁਣ ਤੁਸੀਂ ਬਜਟ ਜਿਹੜਾ ਪੇਸ਼ ਕੀਤਾ ਸੀਗਾ, ਬਿਲਕੁਲ ਇਹ ਕਿਹਾ ਸੀ ਲੱਗ ਰਿਹਾ ਕਿ ਵੀ ਚੁਣਾਵੀ ਬਜਟ ਪੇਸ਼ ਕੀਤਾ ਗਿਆ। ਸਾਲ ਇੱਕ ਰਹਿ ਗਿਆ, ਸਾਲ ਕੁਛ ਮਹੀਨੇ ਰਹਿ ਗਏ ਕਿ ਤੁਹਾਡੀ ਇਲੈਕਸ਼ਨ ਦੁਬਾਰਾ ਆ ਰਹੀ ਹੈ ਵਿਧਾਨ ਸਭਾ ਦੀ। ਅਕਾਲੀ ਦਲ ਦਾ ਜਿਹੜਾ ਚੱਲਦਾ ਪਿਆ ਅਲਾਇੰਸ, ਜਿਵੇਂ ਕਿ ਵੀ BSP ਨਾਲ ਕਰਨਾ ਚਾਹੁੰਦੇ ਨੇ, ਔਰ ਜਿਹੜੀ ਆਪਾਂ ਕਿਸ ਇਸ਼ੂ ਨੂੰ ਲੈ ਕੇ ਜਿਹੜੇ ਅਲੱਗ-ਅਲੱਗ ਪੋਲੀਟਿਕ ਕਿਸਾਨ ਅੰਦੋਲਨ ਚੱਲ ਰਿਹਾ ਹੈ, ਸਮੀਕਰਨ ਚੇਂਜ ਹੋ ਰਿਹਾ ਹੈ, ਉਹ ਪੂਰੇ ਹਾਲਾਤ ਦੇਖਦੇ ਹੋਏ ਕਿਹੜਾ 2 ਮੇਜਰ ਇਸ਼ੂ ਨੂੰ ਲੈ ਕੇ ਤੁਸੀਂ ਇਲੈਕਸ਼ਨ ਦੇ ਵਿੱਚ ਕੁੱਦੋਗੇ ਜਾਂ ਜਾਓਗੇ ਆ ਕੇ? ਕਿਹੜੇ 2 ਇਸ਼ੂ ਨੇ ਜਿਨ੍ਹਾਂ 'ਚ ਤੁਸੀਂ ਲੋਕਾਂ ਨੂੰ, ਤਾਂ ਕਿ ਤੁਸੀਂ ਜਿਹੜੀ ਆਮ ਚਰਚਾ ਹੈ ਕਿ ਦੁਬਾਰਾ ਸਰਕਾਰ ਤੇ ਰਿਪੀਟ ਕਰ ਸਕਦੀ ਹੈ, ਉਹ ਕਿਹੜੇ 2 ਜਾਂ 3 ਮੇਜਰ ਕਾਰਨ ਹੈ ਜਿਨ੍ਹਾਂ ਨੂੰ ਤੁਸੀਂ ਦਾਅਵਾ ਕਰਦੇ ਹੋ ਕਿ ਸਰਕਾਰ ਤੁਹਾਡੀ ਰਿਪੀਟ ਕਰੇਗੀ? ਵੈਲ ਦੇਖੋ, ਗੱਲ ਸਾਡੀ ਪਰਫਾਰਮੈਂਸ ਕਿਸੇ ਨੇ ਹਿੰਦੁਸਤਾਨ 'ਚ ਅੱਜ ਤੱਕ ਆਪਣੀ ਮੈਨੀਫੈਸਟੋ ਕੰਪਲੀਟ ਨਹੀਂ ਕੀਤੀ। ਮੈਂ ਤੁਹਾਨੂੰ ਦੱਸਿਆ ਚੰਦਰ ਬਾਬੂ ਨਾਇਡੂ ਇਜ਼ ਦ ਮੈਕਸਿਮਮ ਇਜ਼ ਰੀਚ, ਉਹ 81% ਉਹਨੇ ਰੀਚ ਕੀਤਾ ਸੀ ਆਫ ਮੈਨੀਫੈਸਟੋ। ਅਸੀਂ 85-86% ਤੇ ਪਹੁੰਚ ਗਏ ਐਂਡ ਅਸੀਂ ਬਾਈ ਦੀ ਐਂਡ ਆਫ ਦਿਸ ਈਅਰ ਫਾਊਂਡ ਨਵਾਂ ਬਜਟ ਤਾਂ ਹੁਣੀ ਆਇਆ, we will go right up to the top 100%। I hope we will set a new record for Punjab। So performance se bhi log performance dekhte hain na, performance and management, and I think we are heading things well। देखो मैं एक गल तुहानूं कहना चाहुंदा, मैं साडी बिगेस्ट अचीवमेंट जो हुई है साडे पंजाब च वो है असी पंजाबियत नूं बरकरार रखिया। असी कदे गड़बड़ नहीं होने दित्ती, इत्थे कोई कम्यूनल टेंशन नहीं आने दित्ती, और चाहे गुआढ़ी जो मर्जी करी जाए, जुत्तियां उन्होंने ही पैणगियां, सानू नहीं कुछ होना, असी नहीं कुछ उन्होंने होण देना। इत्थे बॉर्डर सिक्योरिटी फोर्स बैठी है, असी बैठे हैं, साडे पिछे फौज बैठी है, इन्हों पता लग जाऊगा जिहड़े गड़बड़ करते हैं। सो दैट इज़ वॉट पीपल वॉन्ट। की चाहते हैं लोग चाहते हैं शांति, लोग चाहते हैं कि शांति के माहौल के उन्होंने बिजनेस चले, वो आप चलन, उन्होंने घर बच्चे बुच्चे पलन, एंड दैट मेरा ख्याल सब तो वड्डी अचीवमेंट मेरी सरकार की यह है कि असी पंजाबियत नूं बरकरार रखिया। ब्राइट एक्सप्रेस पंजाब, दैनिक जागरण, सर मैं इंद्रप्रीत है जी, दैनिक जागरण तो। सर मेरा एक सवाल तीनों खेती कानूनों ਨੂੰ ਲੈ ਕੇ ਹੀ ਉਹਦੇ ਨਾਲ ਹੀ ਰਿਲੇਟਡ ਹੈ। ਮੇਰਾ ਸਵਾਲ ਇਹ ਹੈ ਕਿ ਜਿਹੜੇ 3 ਖੇਤੀ ਕਾਨੂੰਨ ਗਵਰਨਮੈਂਟ ਆਫ ਇੰਡੀਆ ਲੈ ਕੇ ਆਈ ਹੈ, ਉਹ ਇਹ ਕਹਿ ਰਹੇ ਕਿ ਇਹ ਰਿਫਾਰਮਸ ਨੇ ਐਗਰੀਕਲਚਰ ਲਈ, ਕਿਉਂਕਿ ਪੁਰਾਣੇ ਕਾਨੂੰਨਾਂ ਨਾਲ ਤਾਂ ਕਿਸਾਨੀ ਸੰਕਟ ਕੋਈ ਠੀਕ ਨਹੀਂ ਹੋਇਆ, ਅਸੀਂ ਇਹ ਨਵੇਂ ਲੈ ਕੇ ਆਏ ਹਾਂ ਤੇ ਸ਼ਾਇਦ ਇਹਦੇ ਨਾਲ ਠੀਕ ਹੋ ਜਾਏ। ਪਰ ਮੇਰਾ ਸਵਾਲ ਇਹ ਹੈ ਕਿ
अगर वो और क्योंकि पंजाब सरकार तो लगातार इसका विरोध ही कर रही है और उन्होंने संशोधित कानून भी पास अपने करते हैं, ऑलरेडी पंजाब सरकार ਦਾ ਜਿਹੜਾ ਫਾਰਮਰ ਕਮਿਸ਼ਨ ਹੈ ਉਹਨੇ ਰਿਫਾਰਮਸ ਐਗਰੀਕਲਚਰ 'ਚ ਲਿਆਉਣ ਵਾਸਤੇ ਖੇਤੀ ਨੀਤੀ ਆਪਣੀ 2 ਸਾਲ ਪਹਿਲਾਂ ਤੁਹਾਨੂੰ ਦੇਤੀ ਹੈ, ਪਰ ਉਹ 2 ਸਾਲਾਂ 'ਚ ਹਜੇ ਤੱਕ ਉਸ ਤੇ ਕੁਝ ਵੀ ਨਹੀਂ ਹੋਇਆ। ਕੀ ਪਾਰਟੀ ਔਰ ਸਰਕਾਰ ਦੇ ਵਿੱਚ ਉਹਨੂੰ ਲੈ ਕੇ ਕੋਈ ਡਿਫਰੈਂਸ ਹੈ ਕਿ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਨਾ ਹੀ ਉਹ ਵਿਧਾਨ ਸਭਾ 'ਚ ਅਜੇ ਤੱਕ ਰੱਖੀ ਗਈ ਹੈ? I don't think any farmers commission. I don't think that. I don't. There is no difference of opinion कि पार्टी और साड़ी गवर्नमेंट ते no कोई difference opinion नहीं। असी तो जो साढ़े किसानों वास्ते बेहतर है and which is within our resources अज असी ओनू करने नू तैयार है। 100% प्रायोरिटी साड़ी एग्रीकल्चर है and प्रायोरिटी असी एग्रीकल्चर रखांगे ही हर वेले। सर हजे तक वो जिहड़ी कमीशन दी रिपोर्ट है ਉਸ ਤੇ 2 ਸਾਲ ਹੋ ਚੁੱਕੇ ਆ ਉਹਨੂੰ ਆਏ ਨੂੰ, ਉਸ ਤੇ ਨਾ ਤਾਂ ਵਿਧਾਨ ਸਭਾ ਹੋਈ ਹੈ ਨਾ ਹੀ ਸਰਕਾਰ ਨੇ ਉਸ ਤੇ ਕੋਈ ਐਕਸ਼ਨ ਲਿਆ। ਰਿਪੋਰਟਸ ਹਰ ਚੀਜ਼ ਤੇ ਆਉਂਦੀਆਂ ਨੇ, ਰਿਪੋਰਟਸ ਕਮ ਔਨ ਐਵਰੀ ਇਸ਼ੂ। ਕੁਐਸਚਨ ਇਜ਼ ਕਿ ਪਾਰਟੀ ਹੈਜ਼ ਟੂ ਸਿਟ ਕਿ ਕਿਹੜਾ ਐਲੀਮੈਂਟ ਉਸ ਰਿਪੋਰਟ ਦਾ ਅਸੀਂ ਲੈ ਸਕਦੇ ਹਾਂ। ਜਿੱਥੇ ਤਾਈਂ ਫॉर ਇੰਸਟੈਂਸ ਯੂ ਹੈਵ ਦ ਕੇਸ ਆਫ ਡਾਈਵਰਸਿਫਿਕੇਸ਼ਨ, ਕਿਹਨੇ ਪਹਿਲਾਂ ਚੱਕਿਆ ਸੀ? ਜਦੋਂ ਮੈਂ ਐਗਰੀਕਲਚਰ ਮਿਨਿਸਟਰ ਸੀ ਪੰਜਾਬ ਦਾ 1985 ਮੈਂ ਹੀ ਚੱਕਿਆ ਸੀ। I was the one who brought Pepsi Cola in. I was the one who started that tomato project ਜਿਹੜਾ ਪੈਪਸੀ ਉਹ ਕਰ ਰਹੇ ਸੀ ਉੱਥੇ ਹੁਸ਼ਿਆਰਪੁਰ ਦੇ ਕੋਲ। ਉਹ ਸਭ ਕੁਝ it was part of a report of the agriculture progress। ਹੁਣ ਜਿਹੜੀ ਫਾਰਮਰ ਕਮਿਸ਼ਨ ਨੇ ਰਿਪੋਰਟ ਭੇਜੀ ਹੈ ਉਹਦੇ ਚੋਂ ਚੁਣ ਕੇ ਜੋ ਸਾਡੀ ਕਪੈਸਿਟੀ ਹੈ ਔਰ ਜੋ ਅਸੀਂ ਕਰਨਾ ਚਾਹੁੰਦੇ ਵਿਲ ਡੂ ਇਟ। ਅਸੀਂ ਪਾਣੀ ਦੇਖਣਾ ਹੈ, ਵੀ ਹੈਵ ਟੂ ਪ੍ਰੀਜ਼ਰਵ ਵਾਟਰ। ਅਗਰ ਉਹਦੇ ਰਿਪੋਰਟ ਦੇ ਵਿੱਚ ਕੋਈ ਹਿੱਸਾ ਹੈ ਜਿਹਦੀ ਪ੍ਰੈਜ਼ਰਵੇਸ਼ਨ ਆਫ ਵਾਟਰ ਹੈ ਅਸੀਂ ਉਹ ਕਰਾਂਗੇ। ਵਾਟ ਐਵਰ ਵੀ ਕੈਨ ਵਿਦਿਨ ਆਰ ਜਿਹੜੇ resources. दैनिक सवेरा। हेलो हेलो सीएम साहब, हेलो सीएम साहब, मैं नरेश शर्मा दैनिक सवेरा तो। सर मेरा कि जिस तरह पंजाब की जी फिजिकल जी पोजीशन है वो बड़ी पिछले 4 साल काफ़ी हो रही है, क्योंकि ना थोड़ा जोड़ा अपना ਰੈਵਨਿਊ ਕਾਫੀ ਜਨਰੇਟ ਨਹੀਂ ਹੋ ਸਕਿਆ। ਇਸ ਵਾਰੀ ਜਿਹੜੀ ਤੁਹਾਡੇ ਮਨਪ੍ਰੀਤ ਸਿੰਘ ਬਾਦਲ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਆਪਣਾ ਬਜਟ ਪੇਸ਼ ਕਰਨ ਤੋਂ ਬਾਅਦ ਇੱਕ ਗੱਲ ਕੀ ਹੈ ਕਿ ਵੀ ਅਗਲੀ ਵਾਰ ਸਾਡੀ ਸਰਕਾਰ ਆਉਂਦੀ ਹੈ ਕਿ ਮੈਂ ਫਾਈਨਾਂਸ ਮਿਨਿਸਟਰ ਨਹੀਂ ਬਣਾਂਗਾ। ਕੀ ਕਾਰਨ ਹੈ ਕਿ ਉਹ ਫਾਈਨਾਂਸ ਮਿਨਿਸਟਰ ਬਣਨ ਤੋਂ ਹੱਥ ਖੜੇ ਕਰ ਗਏ ਨੇ? That is Mr. Badal to decide, that is for us to decide. Whoever the chief minister, he will decide who is the best man for the job of finance minister, and I can tell you today he is a good finance minister. नहीं, पर वो कह रहे हैं कि मैं नहीं बनाऊंगा, नेक्स्ट टाइम फाइनेंस मिनिस्टर नहीं बनाऊंगा। प्लीज डोंट आर्ग्यू, क्वेश्चन का जवाब दीजिए। मैं ਤੁਹਾਨੂੰ ਦੱਸਦਾ ਕਿ ਜੋ ਅਸੀਂ ਫੈਸਲਾ ਕਰਾਂਗੇ the government will, the party will decide who will be the finance minister. ਚੜ੍ਹਦੀ ਕਲਾ। ਥੈਂਕ ਯੂ ਸਰ, ਦਿਸ ਇਜ਼ ਹਰਪ੍ਰੀਤ ਸਿੰਘ ਚੜ੍ਹਦੀ ਕਲਾ ਟਾਈਮ ਟੀਵੀ। ਸਰ ਜਿਵੇਂ ਬੱਲੀ ਸਾਹਿਬ ਨੇ ਕਿਹਾ ਵੀ ਸੈਂਟਰਲਾਈਜ਼ ਪਾਵਰ ਜਿਹੜੀ ਹੈ ਗਵਰਨਮੈਂਟ ਆਪਣੇ ਕੋਲ ਬਹੁਤ ਲੈ ਰਹੀ ਹੈ। ਦੂਜੇ ਪਾਸੇ ਪੰਜਾਬ ਦੇ ਉੱਤੇ ਇਕਨੋਮਿਕਲੀ ਰਿਸਟ੍ਰੇਨ ਬਹੁਤ ਹੈ ਸਰ। ਇਨ ਦਿਸ ਸਿਚੁਏਸ਼ਨ ਸਾਡੀਆਂ ਮੰਡੀਆਂ ਵੀ ਖਤਮ ਹੋ ਰਹੀਆਂ ਅਤੇ ਹੋਰ ਬੜਾ ਕੁਝ ਖਤਮ ਹੋ ਰਿਹਾ। ਦੂਜੇ ਪਾਸੇ ਤੁਹਾਡੇ ਪਲਾਨਸ ਵੀ ਬੜੇ ਜ਼ਬਰਦਸਤ ਨੇ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ। ਅਤੇ ਹਾਊ ਇਕਨੋਮਿਕਲੀ ਪੰਜਾਬ ਇਜ਼ ਗੋਇੰਗ ਟੂ ਸਰਵਾਈਵ? ਵਾਟ ਆਰ ਦ ਪੋਲਿਸੀਜ਼ ਵੇਅਰ ਵੀ ਕੈਨ ਗੈਟ ਦ ਇਨਕਮ ਟੂ ਸਪੈਂਡ? Finance Commission has helped us out greatly this year. Our resource base is much better, and revenue is increasing. Industrial revenue will increase. Your liquor industry is increasing. Your sand, everything put together. हर बूंद नाल ही बाल्टी भरी जाती है ना. So this is going up and up and up at the moment. So he has estimated and calculated, and I think ਜਿਹੜਾ ਕੁਝ ਅਸੀਂ proposal ਦਿੱਤੀਆਂ ਨੇ, it is based on realistic assumptions. ਅਸੀਂ ਜਿਹੜੀ realistic assumptions ਕੀਤੀਆਂ ਨੇ ਕਿ ਇੰਨਾ ਸਾਡਾ ਰਿਸੋਰਸ ਬੇਸ ਵੱਧਦਾ ਹੈ, ਉਹਦੇ ਬੇਸਿਸ 'ਤੇ ਅਸੀਂ ਫਾਈਨੈਂਸ ਮਿਨਿਸਟਰ ਐਂਡ ਦੀ ਗਵਰਨਮੈਂਟ ਇਹਦੇ 'ਤੇ ਫੈਸਲੇ ਕੀਤੇ ਨੇ। दैनिक ट्रिब्यून।
Good morning, sir. This is Rajmeet from Tribune. So I want you to take to one of the poor promises you made in 2013 regarding paying 2,500 rupees. I can't hear, beta, can. So this is Rajmeet. Is okay now? Yeah. So you had made a poor promise giving rupees 2,500 to unemployed youths in Punjab. So we want on that issue now. So what is that? That is a commitment we have made. But you know, when we made that commitment, you know, the situation was different. Last 1 year, we have been totally in the doldrums. Even now, we are in the recovery process. I have already said one thing to you, that when I go back to the people at the end of this government, we will go back after having completed all our promises. Hindustan Times. Navneet Sharma from Hindustan Times. Hanji. Sir, I have two small questions. One is that in the State Assembly, several MLAs, including some of your own party colleagues, they talked about EVMs and they wanted to return to ballot papers. What's your view on that? EVM, certain MLAs wanted EVM to be scrapped and back to ballot papers. I don't know about certain MLAs. I certainly wanted it. I had taken when this EGM, at that time Manor Gill was the election commission. I fabricated one of these boxes, ballot boxes, and I took it to the election commission, and with a delayed chip and all in it. And I said, press whatever you want. So the members were all sitting there, and they pressed Congress, Akali Dal, whatever else they pressed over there. And I said, now after 15 minutes, I said, please open it. It was the same. They said, देखो यही press किया हमने. मैंने कहा, now wait another 15 minutes. When they then opened it, everything had gone to Congress. So my point of saying is that in this electronic age, when anything can be done, why are the electronic advanced countries not doing this? Why is Japan not having it? Why have they got paper ballots? Why has Sweden got paper ballots? Why has UK got paper ballots? Everyone has got paper ballots. Why don't you understand? Because they know that these things can be fudged. So therefore, why are we going ahead with this? We should go back to paper ballots. I'm totally in support of this, and I was one of the first people to raise this, I think whenever it came 20 years ago or something like that. And my second question is, in your manifesto, you talked about 50% reservation for local youth by investors. So are you going to implement that promise? Compulsory recruitment. Look, some states have done it. Haryana has done it. I think Himachal has done it, and something we haven't yet sat down to do. But whatever we have committed in our manifesto, we will certainly go into this and we will do something on that. So you are for local reservation? No, I am not for that. It is for my party to decide. I believe India is for everyone. That is my belief, that India is open to every Indian citizens. And if this is in our manifesto, I will certainly have a look at it. But I don't, it's not in our manifesto. It's not in our manifesto. Amrinder Singh stands for India for Indians. Indians for India, let's put it that way. Huffington Post. India News Punjab. I'd like to just add a bit which I've just said to my, who raised it? Navneet. One thing I just like to add. There is no state in India where Punjabis are not flourishing, where they're doing a great job. And if they are, you just name it and they're there. Even Andaman Islands, they're there. Everywhere they're there. And if we start cutting down and start regionalizing like this, we will suffer. And that doesn't mean, I believe generally that India should be, it's one country and we can go anywhere. And I'm against some things which have been done here. For instance, no Punjabi or anybody else can buy land in Himachal Pradesh. Why? We have every right. Nobody's stopping Himachalis to come and buy in Punjab.
Why are you stopping us there? Kashmir, they are not allowing us to go. Rajasthan doesn't allow us to go. You are regionalizing too much. This is not a good thing. ਕੈਪਟਨ ਸਾਹਿਬ ਮੇਰਾ ਸਵਾਲ ਖੇਤੀ ਕਾਨੂੰਨਾਂ ਨੂੰ ਲੈ ਕੇ ਹੈ। ਪੰਜਾਬ ਵਿਧਾਨ ਸਭਾ 'ਚ ਜਿਹੜੇ 3 ਕਾਨੂੰਨਾਂ ਨੂੰ ਨੈਗੇਟ ਕਰਨ ਵਾਸਤੇ ਬਿੱਲ ਪਾਸ ਕੀਤੇ ਗਏ ਉਹ ਅੰਡਰ ਕੰਸੀਡਰੇਸ਼ਨ ਹੈ ਹਾਲੇ ਵੀ। ਪੰਜਾਬ ਗਵਰਨਮੈਂਟ ਦਾ ਸਟੈਪ ਕੀ ਹੈ ਜੀ ਅਗਲਾ, ਕਿਉਂਕਿ ਉਹ ਕਾਫੀ ਟਾਈਮ ਹੋ ਗਿਆ ਉਸ ਚੀਜ਼ ਨੂੰ ਲੈ ਕੇ। Now this is another point. Are we a democracy or not? If we are a democracy and a system which is working, a constitution which is working, which gives certain powers to the states and certain powers to centers, और पंजाब फैसला करता है, साड़ी विधान सभा यूनानिमसली फैसला करती है कि असी वो कानून रद्द करते हैं और ये कानून जिहड़े हैं असी नवे असी बनाने हैं, और वो सारिਆਂ ने जाके गवर्नर साहब ਨੂੰ ਇਹ हैंडओवर ਕੀਤੇ ਨੇ जो बिल पास ਕੀਤਾ ਸੀਗਾ यूनानिमसली। गवर्नर साहब हैज़ नो बिजनेस टू सिट ऑन दैट फाइल। ਉਹਨਾਂ ਦੀ ਡਿਊਟੀ ਬਣਦੀ ਹੈ ਕਿ ਰਾਸ਼ਟਰਪਤੀ ਜੀ ਨੂੰ ਫਾਰਵਰਡ ਕਰਨ ਅੰਡਰ ਸੈਕਸ਼ਨ 254(2). It is his duty to send it to the president, and the president under 254(2) will decide whether he rejects it or not. If he rejects it, I will go to the Supreme Court. If he passes it, very good. And it's been passed before. ਜਦੋਂ ਗੁਜਰਾਤ ਗਵਰਨਮੈਂਟ ਨੇ ਸੈਂਟਰਲ ਬਿੱਲ ਦਾ ਕੋਈ ਅਪੋਜ਼ ਕੀਤਾ ਸੀਗਾ, ਉਦੋਂ मुखर्जी प्रणब मुखर्जी साढ़े प्रेजिडेंट से, और उन्होंने अपना बिल पास करके अंडर 254(2) जेटली ने उन्होंने कहा सी कि तुसी 254(2) करो। वो रस्ता फिर आया। द प्रेजिडेंट गेव कंसेंट टू द गुजरात बिल अगेंस्ट हिज ओन बिल इन पार्लियामेंट। सो मेरा मतलब, इट हैज़ बीन यूज्ड, इट्स अ ट्राइड एंड टेस्टेड, इट्स अ कॉन्स्टिट्यूशनल मैटर, and constitution they should have done accordingly. Besides that, I want to also say on these agriculture bills, they say it's a constitutional matter. Who constitution ne pass ki thi? Constitution has been changed 100 and something times. Why can't you change it once more? Bring a new discussion with the farmers. किसानां नाल बैठो, उन्हां नाल गलबात करो और नवा बिल लेके आओ। Why are you sitting on prestige, ego and prestige? That is all. कानून खराब करी जाने उसे। I mean, Abhava Subhayadi. India Today. Jagbani. ਕੈਪਟਨ ਸਾਹਿਬ ਰਮਨਜੀਤ ਸਿੰਘ ਜਗਬਾਣੀ ਤੋਂ। ਹਾਂਜੀ ਜਾਖੜ ਸਾਹਿਬ ਤੁਹਾਡੇ ਨਾਲ ਬੈਠੇ ਨੇ ਜੀ, ਔਰ 2000 ਦੇ ਇਲੈਕਸ਼ਨ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਬਹੁਤ ਮੇਜਰ ਮੂਵਮੈਂਟ ਚਲਾਈ ਸੀਗੀ ਪਾਵਰ ਪਲਾਂਟਸ ਦੇ ਇਸ਼ੂ ਨੂੰ ਲੈ ਕੇ, ਉਹਨਾਂ ਦੇ ਐਗਰੀਮੈਂਟਸ ਨੂੰ ਲੈ ਕੇ। ਉਸ ਇਸ਼ੂ ਤੇ ਸਰਕਾਰ 4 ਸਾਲ ਹੋ ਗਏ ਨੇ, ਕੁਝ ਅੱਗੇ ਵਧ ਨਹੀਂ ਪਾਈ। ਇਹਦੇ ਬਾਰੇ ਕੁਝ 1 ਸਾਲ ਰਹਿ ਗਿਆ, ਕੁਝ ਕਰ ਰਹੇ ਹੋ ਜੀ? Purchase agreements you're talking about, whether these are going to be finished or not. Power purchase agreements are all legal documents. ਅਸੀਂ ਉਹਨਾਂ ਨੂੰ ਪਾਵਰ ਪਰਚੇਸ ਐਗਰੀਮੈਂਟਾਂ ਨੂੰ ਅਸੀਂ ਐ ਬੈਠੇ ਨਹੀਂ ਰੱਦ ਕਰ ਸਕਦੇ। They will take us to the Supreme Court. Supreme Court will hold us fit. So we have to look ਇਹਨੂੰ कैसे कर ਸਕਦੇ ਹਾਂ ਇਸ ਇਸ਼ੂ ਨੂੰ, considering the requirement of power ਜਿਹੜੇ ਸਾਡੇ ਕੋਲ ਸਾਡੀ ਲੋੜ ਹੈ ਇਸ ਵੇਲੇ। ਐਂਡ ਗਵਰਨਮੈਂਟ ਦੇ ਵਿੱਚ ਮੇਰੇ ਕੋਲ ਸਿਰਫ 3 ਪਾਵਰ ਪਲਾਂਟਸ ਨੇ which are very small power plants and their production is not effective. ਇੱਕ ਤਾਂ ਲੇਰਾ ਮੁਹੱਬਤ ਹੈ, ਇੱਕ ਇੱਧਰ ਰੋਪੜ ਹੈ, and then one more. ਦੋ ਪਾਵਰ ਪਲਾਂਟਸ ਨੇ ਮੇਰੇ ਕੋਲ। ਬਾਕੀ all the power is coming ਜਾਂ ਤਾਂ ਨੈਸ਼ਨਲ ਗ੍ਰਿਡ ਤੋਂ ਜਾਂ ਇਹਨਾਂ ਦੇ ਜਿਹੜੇ ਪਾਵਰ ਪਲਾਂਟਸ ਇੱਥੇ ਲੱਗੇ ਨੇ। So this is not an easy thing to do. You just wipe out. They are offering us the power plant. Somebody is saying कि ਤੁਸੀਂ ਖਰੀਦ ਲਓ ਪੰਜਾਬ government. I said, how much do you buy it for? ਕਹਿੰਦੇ 10,000 ਕਰੋੜ। Where are we going to get 10,000 crore to buy a power plant of? So we have to see if we are going to finish them off and ਅਸੀਂ power plant agreements ਅਸੀਂ ਰੱਦ ਕਰਨੀਆਂ ਨੇ, then we should be prepared for a battle in which Punjab will have to pay something like 30,000 to 40,000 crore for these 4 units. ਕਰ ਸਕਦੇ ਆਪਾਂ ਜਾਂ ਨਹੀਂ? This is what we have to see. Living India News. ਸਤਿ ਸ਼੍ਰੀ ਅਕਾਲ ਸੀਐਮ ਸਾਹਿਬ। ਇੱਕ ਖੇਤੀ ਕਾਨੂੰਨਾਂ ਨੂੰ ਲੈ ਕੇ ਜੋ ਸਾਰੀਆਂ ਚੀਜ਼ਾਂ ਨੇ, ਪਰ ਇਸ ਦੇ ਵਿਚਕਾਰ ਇੱਕ ਫੂਡ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਵੀ ਜਿਹੜਾ ਸਿੱਧੀ ਅਦਾਇਗੀ ਜਿਹੜੀ ਕਹਿੰਦੇ ਨੇ ਕਿ ਕਿਸਾਨਾਂ ਦੇ ਖਾਤੇ 'ਚ ਕਰਾਂਗੇ, KYC ਕੰਪਲੀਟ ਕਰੇ, ਉਸ ਨੂੰ ਲੈ ਕੇ ਸਰਕਾਰ ਦਾ ਸਟੈਂਡ ਕੀ ਹੈ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਫੈਸਲੇ ਨੂੰ ਲੈ ਕੇ?
आई एम नॉट फॉर दैट। मैं कह देता है कि असी जिथे ताई डायरैक्ट पेमेंट है बिल्कुल मैं वो बरखिलाफ है। एक रिश्ता है एक किसानी का और आड़तियां का, और वो रिश्ता कायम होना चाहिए। आड़तीए औखी घड़ी एक किसानों की मदद चाहते हैं, एंड मदद किसान को तुसीं पुछ लो वो भी खुश होगा इस तरीके नाल, क्योंकि किन्ने किसान ने ਜਿਹੜੇ अपनी ਜ਼ਮੀਨ ਵਾਹੁੰਦੇ ਨੇ, लोगों की ਜ਼ਮੀਨਾਂ ठेके ते लित्तियां होईयां ने उन्होंने। हाउ डू दे डील दैन, कैसे करनगे तुसीं? जब तुसीं उतों डायरैक्ट फार्मर्स नूं दिओगे, तुसीं दिओगे जिहदी ਜ਼ਮੀਨ खड़ी है उत्थे, जिहदे नां है ਜ਼ਮੀਨ, और दूजे पासे वो काश्तकारी कर रहा कोई होर बेचारा गरीब, उन्होंने तो पैसे आने नहीं। तो इट्स ए वेरी कॉम्प्लीकेटेड मैसेज। मेरा ख्याल दिल्ली नूं तां कोई समझ नहीं कि हाउ द एग्रीकल्चर सिस्टम वर्क्स। अनफॉर्चुनेट गल है, मैं ये बिल्कुल हक च नहीं है। आई थिंक द आड़तिया सिस्टम इज़ अ वेरी ट्राइड सिस्टम फॉर नियरली 100 ईयर्स, 100 साल हो गए ने जब तो आड़तीए चल रहे हैं इत्थे, एंड वो सिस्टम चल रहा, क्यों तुसीं खत्म कर रहा चाहते हो? थैंक यू। एनडीटीवी न्यूज़ 18। सत श्री अकाल सर, की हाल? सत श्री अकाल जी। सर मेरा एक सवाल है कि 3 खेती लेके 22 जनवरी ਨੂੰ ਕੇਂਦਰ ਅਤੇ ਕਿਸਾਨਾਂ ਦੇ ਵਿਚਾਲੇ ਆਖਰੀ ਗੱਲਬਾਤ ਹੋਈ ਸੀ। ਕਿਸਾਨ ਅੜੇ ਹੋਏ ਨੇ ਕਿ ਕਾਨੂੰਨ ਰੱਦ ਕਰਵਾ ਕੇ ਵਾਪਸ ਆਵਾਂਗੇ, ਸਰਕਾਰ ਕਹਿ ਰਹੀ ਕਾਨੂੰਨ ਰੱਦ ਨਹੀਂ ਹੋਣਗੇ। ਵਿਚਲਾ ਕੋਈ ਰਾਹ ਨਜ਼ਰ ਆ ਰਿਹਾ? ਇੱਕ ਸਵਾਲ ਮੇਰਾ। देखो मैनू तो कोई राह नहीं नज़र आ रहा। पंजाब इज़ वेरी क्लीयर, असी ये तीनों नूं रद्द कर बैठे हैं। असैंबली हैज़ यूनैनिमसली, देखो कला कला MLA अपने बंदियां नूं रिप्रजेंट करता है अपने हल्किਆਂ नूं, एंड 100% पंजाब ये रिप्रजेंट होया है विधान सभा च, और मैनू कोई नहीं आंदा। मैं सिर्फ इक्को ही मेरी रिक्वेस्ट है गवर्नमेंट नूं कि तुसीं इन्हां नूं रद्द करो, किसानां नाल बैठो, नवे कानून बना के पास करो। दिस इज़ जस्ट अ प्रेस्टीज इशू, नथिंग एल्स। एक बार तुसीं नवे कानून बना दोगे, पास हो जाएंगे, सारे खुश हो जाएंगे। पर तुसीं बैठे हो कि असी पास किया हुण असी पिछे नहीं हटना, दैट इज़ ईगो, दैट इज़ प्रेस्टीज। इहदा क्या फायदा होएगा? बेचारे उत्थे गरीब बैठे ने, बजुर्ग बैठे ने, बीबियां बैठी ने, बच्चे बैठे ने, किन्ने मरवाने ने तुसीं? 112 तो मेरे पंजाब दे मर गए ने। सर 100 कोविड ਨੂੰ ਲੈ ਕੇ ਸਖਤੀ ਆਉਣ ਵਾਲੇ ਦਿਨਾਂ 'ਚ ਨਜ਼ਰ ਆਏਗੀ, ਲੇਕਿਨ ਸਿਆਸੀ ਰੈਲੀਆਂ ਜਿਹੜੀਆਂ ਹੋਣਗੀਆਂ, ਸਿਆਸੀ ਰੈਲੀਆਂ ਤੇ ਵੀ ਕੋਈ ਕੰਟਰੋਲ ਕੀਤਾ ਜਾਏਗਾ? ਕਿਉਂਕਿ ਸਭ ਤੋਂ ਜ਼ਿਆਦਾ ਇਕੱਠ ਹੁੰਦਾ ਹੈ, ਔਰ ਸੁਖਬੀਰ ਬਾਦਲ ਵੀ ਕਰੋਨਾ ਪੋਜ਼ਿਟਿਵ ਹੋ ਗਏ। नो आई एम सॉरी, सुखबीर होया, मैं कल उन्होंने टेलीफोन परसों राती टेलीफोन किया जब मैंने खबर आई सी कि कैन वी हैल्प इन द मेडिकल थिंग, कुछ कर सकते हैं असी कुछ। ये तो साड़ी ह्यूमैनिटेरियन ड्यूटी बनती है कि कोई बीमार होए उन्होंने हेल्प करो। एंड ही वो सैड नहीं, मैं सम हॉस्पिटल इन फोर्टिस मेदांता उस जब मैं गल की थी और ही वाज सिटिंग इन फोर्टिस, उतों फिर चले गए मेरा ख्याल मेदांता। आई होप ही रिकवर्स, एंड आई होप साढ़े तो बहुत बंदे ने। माई मिनिस्टर्स आर डाउन, माई फाइनेंस मिनिस्टर इज डाउन, माई सुख सरकारिया जी इज डाउन, माई MLAs आर डाउन, मेरे ऑफिसर्स आर डाउन, मेरे अपने तेजवीर वॉज डाउन, मेरा उन MP सिंह इज डाउन, एवरीवन इज डाउन। दिस इज गोइंग स्प्रेडिंग फास्ट। रैलियां ते कंट्रोल मैं थोड़ा दसिया है, जो गैदरिंग होवे ना होवे वो मैं थोड़ा दसिया कि साड़ी हुण अंडरस्टैंडिंग वी विल बी डूइंग विद आवर मेडिकल टीम, चाहे अज है, आई डोंट नो व्हेन आर वी कीपिंग इट गुड केयर, इज इट टुडे और tomorrow we are having it with them. Medical team will give us the advice as to what should we do, we will follow it to the key. Thank you sir. News 24। ਸਰ ਮੇਰੇ ਦੋ ਸਵਾਲ ਹੈਗੇ ਨੇ। ਇੱਕ ਤਾਂ ਮੈਂ ਜਾਖੜ ਸਾਹਿਬ ਨੇ ਵੀ ਪਹਿਲਾਂ ਕਿਹਾ ਸੀਗਾ ਕਿ 2022 ਦੇ ਵਿੱਚ ਵੀ ਕੈਪਟਨ ਸਾਹਿਬ ਹੀ ਉਹਦੀ ਪਾਰਟੀ ਦੀ ਨੁਮਾਇੰਦਗੀ ਕਰਨਗੇ ਤੇ ਤੁਹਾਡੀ ਲੀਡਰਸ਼ਿਪ ਦੇ ਵਿੱਚ ਹੀ ਇਲੈਕਸ਼ਨ ਜਿਹੜਾ ਲੜਿਆ ਜਾਊਗਾ ਤੇ ਨੈਕਸਟ ਚਿਹਰਾ ਵੀ ਤੁਹਾਡਾ ਹੀ ਹੋਊਗਾ ਮੁੱਖ ਮੰਤਰੀ ਦੇ ਤੌਰ ਤੇ। ਪੰਜਾਬ ਚਾਹੂਗਾ ਜਿਹੜਾ ਸਾਡੀ ਪਾਰਟੀ ਚਾਹੂਗੀ, ਆ ਪਾਰਟੀ ਵਿਲ ਡਿਸਾਈਡ ਦਿਸ ਇਸ਼ੂ। ਨਹੀਂ ਪਾਰਟੀ ਪ੍ਰਧਾਨ ਹੋਣਾ ਨਹੀਂ, ਪ੍ਰੈਸ ਵਿੱਚ ਹੀ ਕਿਹਾ ਸੀਗਾ। ਤੁਹਾਡੀ ਨਿੱਜੀ ਰਾਏ ਕੀ ਹੈਗੀ ਹੈ? ਦੇਖੋ ਗੱਲ ਇਹ ਹੈ, ਸਾਡੀ ਫੀਲਿੰਗਸ ਜੋ ਮਰਜ਼ੀ ਹੋਣ, टू माई प्रेजिडेंट के जो मेरे ते भरोसा है, जिन्ना मैनू इन्हों ते भरोसा है, इट्स द सेम थिंग, बट द डिसीजन इज फाइनली गोइंग टू बी द कांग्रेस प्रेजिडेंट डिसीजन। दूसरा CM पिछले टाइम ਦੇ ਵਿੱਚ ਵੀ ਮਾਈਨਿੰਗ ਨੂੰ ਲੈ ਕੇ ਕਾਫੀ ਹੋ ਹੱਲਾ ਵੀ ਪੈਂਦਾ ਰਿਹਾ ਤੇ ਇਹ ਕਿਹਾ ਜਾ ਰਿਹਾ ਸੀਗਾ ਕਿ ਜਿਹੜਾ ਲੋਕਾਂ ਨੂੰ ਰੇਤਾ ਤੇ ਬਜਰੀ ਸਸਤੀ ਮਿਲੂਗੀ ਆਪਣੇ ਮਕਾਨ ਬਣਾਉਣ ਵਾਸਤੇ, ਲੇਕਿਨ
ਰੇਤਾ ਤੇ ਬਜਰੀ ਹੈਗੀ ਆ ਸਸਤੀ ਨਹੀਂ ਮਿਲ ਰਹੀ, ਬਲਕਿ ਲੱਗਿਆ ਕਿ ਖਜ਼ਾਨੇ ਦੇ ਵਿੱਚ ਵੀ ਪੈਸਾ ਨਹੀਂ ਆ ਰਿਹਾ ਹੈਗਾ। ਦੇਖੋ ਪਿਛਲੇ ਅਕਾਲੀ ਜਦੋਂ ਕਰਕੇ ਗਏ ਨੇ ਉਹ 35 ਕਰੋੜ ਸੀ, ਇਸ ਸਾਲ ਸਾਡਾ 350 ਕਰੋੜ ਆਇਆ। ਨਾਓ ਆਈ ਥਿੰਕ ਦੈਟ ਇਜ਼ 1000% ਇੰਪਰੂਵਮੈਂਟ। ਪਰ ਸਰ ਖਜ਼ਾਨੇ 'ਚ ਤਾਂ ਆਇਆ ਨਹੀਂ ਜੀ ਹੈਗਾ। ਹਾਂ, ਖਜ਼ਾਨੇ ਦੇ ਵਿੱਚ ਨਹੀਂ ਜੀ ਆਇਆ ਹੈਗਾ। ਹੋਰ ਕਿੱਥੇ ਗਿਆ ਫਿਰ? ਉਹ ਤੇ ਖਜ਼ਾਨੇ 'ਚ ਹੀ ਗਿਆ। ਇਹੀ ਸਵਾਲ ਪੈਦਾ ਹੋ ਰਿਹਾ ਵੀ ਕਿੱਥੇ ਚਲੇ ਗਿਆ। 350 ਕਰੋੜ ਇਜ਼ ਆਲਰੇਡੀ ਲਿਸਟਡ ਇਨ ਦ ਬਜਟ। ਹਾਊ ਕੈਨ ਯੂ ਸੇ ਇਟਸ ਨਾਟ देयर? ਜੋ ਫਾਈਨੈਂਸ਼ੀਅਲ ਜਿਹੜੇ ਸਾਡੇ ਡਾਕੂਮੈਂਟਸ ਨੇ ਉੱਤੇ ਲਿਖਿਆ ਹੋਇਆ 350। ਇੱਕ ਸਰ ਜਿਹੜੀ ਬਿਜਲੀ ਹੈਗੀ ਆ, ਬਿਜਲੀ ਸਸਤੀ ਦੇਣ ਦੀ ਕੋਈ ਪ੍ਰੋਵੀਜ਼ਨ ਹੈਗੀ ਆ ਜੀ ਆਉਣ ਵਾਲੇ ਟਾਈਮ ਦੇ ਵਿੱਚ? ਪਲੀਜ਼ ਥੈਂਕ ਯੂ। ਬਿਜਲੀ ਦਾ ਬਾਰੇ ਦੱਸ ਦਿਓ ਸਰ ਜਰਾ। ਬਿਜਲੀ ਦਾ ਕੀ? ਬਿਜਲੀ ਸਸਤੀ, ਕਿਉਂਕਿ ਬਿਜਲੀ ਬਹੁਤ ਮਹਿੰਗੀ ਹੋ ਚੁੱਕੀ ਹੈ ਜੀ। ਆਪਣਾ ਆਪਾਂ ਸਭ ਕੁਝ ਸਾਰੇ ਅਗਰ ਮੇਰੇ ਵੱਸ ਦੀ ਗੱਲ ਹੁੰਦੀ ਤੇ ਮੇਰੇ ਹੱਥ 'ਚ ਹੁੰਦਾ ਔਰ ਮੇਰੇ ਕੋਲ ਰਿਸੋਰਸਿਸ ਹੁੰਦੇ, ਇਹ ਪੰਜਾਬ ਦੇ ਪੈਸੇ ਨੇ, ਪੰਜਾਬ ਦੇ ਲੋਕਾਂ ਦੇ ਪੈਸੇ ਨੇ, ਮੈਂ ਕਰ ਦਿੰਦਾ। ਆਈ ਹੈਵ ਟੂ ਬੈਲੈਂਸ, ਨਾਟ ਮੀ ਬਟ ਦ ਫਾਈਨੈਂਸ ਮਿਨਿਸਟਰ ਹੈਜ਼ ਟੂ ਬੈਲੈਂਸ ਬੁੱਕਸ। ਉਹਨੂੰ ਦੇਖਣਾ ਪਏਗਾ ਕਿਆ ਦੇ ਸਕਦੇ ਆ ਕਿਆ ਨਹੀਂ ਦੇ ਸਕਦੇ। ਉਹ ਤਾਂ ਹੀ ਕਲੈਕਟਿਵ ਫੈਸਲਾ ਸਾਡਾ ਹੁੰਦਾ ਹੈ ਆਫਟਰ ਦ FM ਗਿਵਸ ਮੀ ਡਿਟੇਲਸ। ਫਿਰ ਅਸੀਂ ਕੈਬਨਿਟ ਦੇ ਵਿੱਚ ਫੈਸਲਾ ਕਰਦੇ ਹਾਂ ਕੀ ਕਰ ਸਕਦੇ ਹਾਂ। ਜੋ ਅਸੀਂ ਕਰ ਸਕਦੇ ਹਾਂ ਵਾਟ ਇਜ਼ ਵਿਦਨ ਆਰ ਸਾਡੀ ਰਿਸੋਰਸਿਸ ਵੀ ਵਿਲ ਡੂ ਫॉर ਪੰਜਾਬ। ਲੇਕਿਨ ਜਿਹੜੇ ਕੋਲ ਅਗਰ ਮੇਰੇ ਕੋਲ ਕੋਈ ਪੈਸਾ ਹੈ ਨਹੀਂ, ਨਥਿੰਗ ਆਈ ਕੈਨ ਡੂ। PTI INS प्लीज माइक लेने आप जरा। Good afternoon, sir. My name is Vishal Gulati. I am with INS. My question is, at present, which is your main political rival for the Congress? Is it Aam Aadmi Party or the Akalis? Neither. We have no. Punjab Kesari. जी मैं पंजाब केसरी तो अश्विनी बोल रहे हैं जी। मुख्यमंत्री साहब, मैं सवाल ये पूछना जी कि तुसी पंजाब विधान सभा ਦੇ ਵਿੱਚ ਸੂਚੀ ਫੜ ਕੇ ਲਹਿਰਾਈ ਸੀ, ਕੁਝ ਕਾਗਜ਼ ਸੀਗੇ ਤੇ ਤੁਸੀਂ ਇਹ ਦਾਅਵਾ ਕੀਤਾ ਸੀਗਾ ਕਿ ਪੰਜਾਬ ਦੇ ਜਿੰਨੇ ਵੀ ਕਾਲੇ ਕਾਰਨਾਮੇ ਹੈ ਉਹ ਇਸ ਲਿਸਟ ਵਿੱਚ ਦਰਜ ਨੇ। ਤੇ ਮੈਂ ਪੁੱਛਣਾ ਚਾਹੁੰਦਾ ਜੀ ਕਿਆ ਕਦੇ ਉਹ ਸੂਚੀ ਪਬਲਿਕ ਡੋਮੇਨ 'ਚ ਆਏਗੀ? असेंबली में आपने सूची लहराई थी भी काले कारनामे सारे लिस्टेड है, उस सूची आप पब्लिक करांगे? ਕਿਹੜੀ ਕਦੋਂ ਕੀਤੀ? ਵਿਧਾਨ ਸਭਾ ਦੇ ਵਿੱਚ ਕੁਝ ਕਾਗਜ਼ਾਂ ਦੀ ਸੂਚੀ ਲਹਿਰਾਈ ਸੀ ਜੀ ਤੇ ਕਿਹਾ ਸੀ ਜੀ ਕਿ ਸਾਰੇ ਦੇ ਕਾਲੇ ਕਾਰਨਾਮੇ ਮੇਰੇ ਕੋਲ ਨੇ। ਸਾਰਿਆਂ ਦੇ ਕਾਲੇ ਕਾਰਨਾਮੇ ਮੇਰੇ ਕੋਲ ਹੈਗੇ ਪਤਾ ਉਹ ਸਾਡੇ ਕੋਲ ਤਾਂ ਹੈ। ਮੈंने ਪਤਾ ਨਹੀਂ ਅਸੈਂਬਲੀ 'ਚ ਕੀ ਕਿਹਾ ਸੀ ਜਾਂ ਦਿਖਾਏ ਸੇ ਕਾਗਜ਼, ਪਰ ਸਾਰੇ ਬਦਮਾਸ਼ੀਆਂ ਦੀ ਲਿਸਟ ਸਾਡੇ ਕੋਲ ਸਭ ਕੁਝ ਹੈ। ਸਾਨੂੰ ਮੈਂ ਇਹੀ ਪੁੱਛ ਰਿਹਾ ਜੀ ਕਿ ਕਿਆ ਉਹ ਪਬਲਿਕ ਡੋਮੇਨ 'ਚ ਆਣਗੇ ਕਦੇ? ਜਦ ਸਮੇਂ ਆਊਗਾ ਅਸੀਂ ਕਰ ਦਾਂਗੇ। ਇੱਕ ਸਵਾਲ ਇਹ ਹੈ ਜੀ ਕਿ ਤੁਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਡਰੱਗ ਮਾਫੀਆ ਬਹੁਤ ਲੋਕ ਹੈ ਰਹਿ ਜਾਏਗਾ ਸਰ ਇਸੇ ਨਾਲ ਕੰਸਰਨ ਹੈ ਸਰ। ਡਰੱਗ ਮਾਫੀਆ, ਮਾਈਨਿੰਗ ਮਾਫੀਆ, ਲਿਕਰ ਮਾਫੀਆ, ਲੈਂਡ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਲਾਟਰੀ ਮਾਫੀਆ, ਸਭ ਦੇ ਸਫਾਏ ਦਾ ਐਲਾਨ ਕਰਿਆ ਸੀ। ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਜੀ ਪੰਜਾਬ 'ਚ ਹੁਣ ਤੱਕ ਕਿਤਨੇ ਮਾਫੀਆ ਦਾ ਡੀ ਐਂਡ ਹੋ ਚੁੱਕਿਆ ਤੇ ਕਿਤਨੇ ਮਾਫੀਆ ਬਚੇ ਹੈ? ਮੈਂ ਕੀਤੀ ਹੈ ਕਹਿ ਕੇ ਕਿ ਅਸੀਂ ਕਿੱਥੇ ਕਿੱਥੇ ਅਸੀਂ ਪਹੁੰਚ ਗਏ ਹਾਂ। ਵੀ ਹੈਵ ਬ੍ਰੋਕਨ ਆਲ ਥੀਸ ਮਾਫੀਆਜ਼। ਲਿਕਰ ਮਾਫੀਆ ਦਾ ਅਸੀਂ ਪਿੱਠ ਤੋੜਤੀ, ਸੈਂਡ ਮਾਫੀਆ ਦੀ ਪਿੱਠ ਤੋੜਤੀ। ਯੂ ਕੈਨ ਸੀ 1000% ਸਾਡਾ ਇਨਕਰੀਜ਼ ਹੋਇਆ। ਵੀ ਆਰ ਗੋਇੰਗ ਗ੍ਰੈਜੂਅਲੀ। ਹੁਣ ਲਿਕਰ ਮਾਫੀਆ ਦੇ ਸਾਰੇ ਕੇਸ ਲੱਗੇ ਨੇ। ਐਵਰੀਵਨ ਇਜ਼ ਆਈਦਰ ਅਰੈਸਟਡ ਜਾਂ ਅਰੈਸਟ ਦੇ ਸਾਹਮਣੇ ਹੈ। ਕਿਹੜੀ ਚੀਜ਼ ਰਹਿ ਗਈ? ਹੁਣ ਮਾਫੀਆ ਦਾ ਨਾਂ ਤਾਂ ਤੁਸੀਂ ਕਿਸੇ ਚੀਜ਼ ਨੂੰ ਵੀ ਦੇ ਦਿਓ, ਬਟ ਫੈਕਟ ਟਰਾਂਸਪੋਰਟ ਮਾਫੀਆ ਆਲਸੋ we have also taken our transport policies about to come out. सब कुछ आ गई है, कुछ आ गई है, कुछ आने वाली है। असी 7,000 और करीब असी दे रहे हैं for young people, these new mini buses वगैरह असी सब कुछ दे रहे हैं। तो this is all this thing is being taken gradually. तुसी समझो कि एक दिन ही आके मैं सब कुछ करदा, it's not possible. You have to run a government. We have done जिन्ना कर सकते हैं असी और होर करते रहांगे असी। Spokesman ਸਤਿ ਸ਼੍ਰੀ ਅਕਾਲ ਸੀਐਮ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ? ਠੀਕ ਠਾਕ। ਮੇਰਾ ਹਾਲ ਠੀਕ ਹੈ, ਪਰ ਮੀਡੀਆ ਨੂੰ ਸਾਲ ਬਾਅਦ ਮਿਲਦੇ ਹੋ, ਇਹ ਕੋਈ ਕੁਐਸਚਨ ਨਹੀਂ ਹੈ, ਮੈਂ ਵੈਸੇ ਹੀ ਪੁੱਛ ਰਿਹਾ। ਸਾਲ ਬਾਅਦ ਮਿਲਦੇ ਹੋ, ਥੋੜਾ ਜਿਹਾ ਘਟਾ ਲਓ। ਮੇਰਾ ਕੁਐਸਚਨ ਜਿਹੜਾ ਸਰ ਇਹ ਹੈ
ਕਿ ਆਮ ਆਦਮੀ ਪਾਰਟੀ ਦੇ 4 ਐਮਐਲਏ ਦੋਨੇ ਪਾਰਟੀ ਨਵੀਂ ਬਣਾ ਕੇ ਇਲੈਕਸ਼ਨ ਲੋਕ ਸਭਾ ਦੀ ਲੜੀ ਹਾਰ ਗਏ, 2 ਤੁਹਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਤੁਹਾਡੀ ਰਿਹਾਇਸ਼ ਤੇ ਜਾ ਕੇ। ਉਹਨਾਂ 4 ਦਾ ਡਿਸਕੁਆਲੀਫਿਕੇਸ਼ਨ ਦਾ ਕੇਸ ਸਪੀਕਰ ਸਾਹਿਬ ਦੇ ਕੋਲ 2-2.5 ਸਾਲ ਤੋਂ ਪਿਆ। ਕੀ ਤੁਹਾਡੇ ਇਸ਼ਾਰੇ ਦੇ ਉੱਤੇ ਉਹਨਾਂ ਨੂੰ ਡਿਸਕੁਆਲੀਫਾਈ ਨਹੀਂ ਕੀਤਾ ਜਾ ਰਿਹਾ? ਕਿਉਂਕਿ ਜਿਹੜੀ ਇੱਕ ਬਾਈ ਇਲੈਕਸ਼ਨ ਫੂਲਕਾ ਸਾਹਿਬ ਦੀ ਹੋਈ ਉਹ ਕਾਂਗਰਸ ਬੁਰੀ ਤਰ੍ਹਾਂ ਹਾਰੀ ਅਕਾਲੀ ਦਲ ਤੋਂ। ਮੇਰੇ ਸਵਾਲ ਦਾ ਜਵਾਬ ਇਹ ਦਿਓ। ਕਿਹੜਾ ਪਾਰੇ which one? ਉਹ ਦਾਖਾ that's one ਔਰ ਜਿਹੜੇ 70-80 ਜਿੱਤੇ ਉਹਦਾ ਕੀ ਹੈ? ਉਹ 70-80 ਪਹਿਲਾਂ ਜਿੱਤ ਚੁੱਕੇ ਜੀ। क्वेश्चन पूछ लें आप। ਕੁਐਸਚਨ ਮੇਰਾ ਇਹ ਆ ਕਿ ਤੁਸੀਂ ਉਹ ਬਾਈ ਇਲੈਕਸ਼ਨ 4 ਨੂੰ ਡਿਸਕੁਆਲੀਫਾਈ ਕਰਕੇ ਬਾਈ ਇਲੈਕਸ਼ਨ ਕਿਉਂ ਨਹੀਂ ਹੋਣ ਦਿੰਦੇ? ਦੇਖੋ ਜੀ, ਸਪੀਕਰ ਦਾ ਰਿਸਪੌਂਸਿਬਿਲਿਟੀ ਹੈ, ਚੀਫ ਮਿਨਿਸਟਰ ਦੀ ਰਿਸਪੌਂਸਿਬਿਲਿਟੀ ਨਹੀਂ ਹੈ। ਅਗਰ ਸਪੀਕਰ ਸਾਹਿਬ ਨੇ ਐਕਸੈਪਟ ਕਰਨੇ ਨੇ ਨਹੀਂ ਕਰਨੇ, ਕੈਸੇ ਕਰਨਾ ਹੈ, ਉਹਨਾਂ ਨੂੰ ਤੁਸੀਂ ਜਾ ਕੇ ਸਵਾਲ ਕਰੋ। Don't ask me this. It's not my job. ਛੋਟਾ ਜਿਹਾ ਦੂਸਰਾ ਸਪੀਕਰ ਆਫ ਅਸੈਂਬਲੀ। ਛੋਟਾ ਜਿਹਾ ਦੂਸਰਾ ਸਵਾਲ ਮੈਨੂੰ ਜਿਹੜਾ ਪੁੱਛਣਾ ਪੁੱਛ ਲਓ। ਸ਼੍ਰੋਮਣੀ ਕਮੇਟੀ ਚੋਣਾਂ ਦਾ ਵਾਅਦਾ ਤੁਸੀਂ ਅਸੈਂਬਲੀ ਦੇ ਵਿੱਚ ਜਦੋਂ ਬੇਅਦਬੀ ਦੇ ਮਾਮਲੇ ਚੱਲਦੇ ਸੀ ਉੱਥੇ ਕਰਾਉਣ ਦਾ ਕੀਤਾ ਸੀ। 2011 ਦੇ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ, 5 ਸਾਲ ਬਾਅਦ 2016 ਦੇ ਵਿੱਚ ਉਹਨਾਂ ਦੀ ਟਰਮ ਖਤਮ ਹੋ ਗਈ। 16 ਤੋਂ ਬਾਅਦ ਹੁਣ 21 ਆ ਗਿਆ, ਇਹ ਦੂਸਰੀ ਟਰਮ ਵੀ ਖਤਮ ਹੋ ਗਈ। ਜਿਸ ਵੇਲੇ ਜਸਟਿਸ ਦਰਸ਼ਨ ਸਿੰਘ ਨੂੰ ਲਗਾਇਆ, ਉਹਦਾ ਆਫਿਸ 3 ਮਹੀਨੇ ਤੱਕ ਤੈਅ ਨਹੀਂ ਕੀਤਾ ਪੰਜਾਬ ਗੌਰਮੈਂਟ ਨੇ, ਉਹ ਵੀ ਛੱਡ ਗਏ। ਉਹ ਤੋਂ ਬਾਅਦ ਹੁਣ ਸਾਰੋਂ ਸਾਹਿਬ ਆਏ ਆ, ਉਹਨਾਂ ਨੂੰ 4 ਮਹੀਨੇ ਹੋ ਗਏ ਆ ਨੋਟੀਫਿਕੇਸ਼ਨ ਹੋਈ ਨੂੰ, ਉਹਨਾਂ ਦਾ ਦਫ਼ਤਰ ਵੀ ਅਜੇ ਤੱਕ ਸੈੱਟ ਨਹੀਂ ਕੀਤਾ। ਉਹ ਕਦੋਂ ਤੁਸੀਂ ਸ਼੍ਰੋਮਣੀ ਕਮੇਟੀ ਬਿਲਕੁਲ ਸੈੱਟ ਹੋ ਗਿਆ। ਮੇਰੇ ਨਾਲ ਉਹਨਾਂ ਦੀ ਗੱਲ ਕੁਝ ਦਿਨ ਪਹਿਲਾਂ ਹੀ ਆਫਿਸ ਮਿਲ ਗਿਆ, ਸਭ ਕੁਝ ਮਿਲ ਗਿਆ, ਆਫਿਸ ਇਜ਼ ਸੈੱਟ। ਬਟ ਲੈਟ ਮੀ ਟੈਲ ਯੂ ਨਾਓ, ਅਸੀਂ ਜੋ ਮਰਜ਼ੀ ਕਹਿ ਲਈਏ, SGPC ਇਜ਼ ਐਨ ਆਲ ਇਨ ਇਟਸ ਅ ਪਾਰਲੀਮੈਂਟਰੀ ਐਕਟ। ਇਹ ਸਾਡੇ ਵਾਸਤੇ ਦੀ ਗੱਲ ਨਹੀਂ ਹੈ। ਇਟ ਹੈਜ਼ ਟੂ ਬੀ ਪਾਰਲੀਮੈਂਟ ਵਿਚ ਡਿਸਾਈਡਸ। ਹੁਣ ਇਹ ਅਕਾਲੀ ਦਲ ਐਂਡ BJP ਇੱਕ ਵਾਰ ਇਕੱਠੇ ਸੀ। ਉਹਨਾਂ ਨੇ ਅਕਾਲੀ ਦਲ ਨਹੀਂ ਚਾਹੁੰਦਾ ਸੀ ਕਿ ਇਲੈਕਸ਼ਨ ਕਰਾਉਣੀ ਹੈ ਤੇ BJP ਉਹਨਾਂ ਦਾ ਸਾਥ ਦਿੱਤਾ। ਨਹੀਂ ਸਰ, ਉਹਨਾਂ ਨੇ ਤਾਂ ਨੋਟੀਫਿਕੇਸ਼ਨ ਸੈਂਟਰ ਗਵਰਨਮੈਂਟ ਨੇ ਕਰ ਦਿੱਤੀ ਕਿ ਹੁਣ ਲੜ ਪਏ ਨੇ, ਹੁਣ ਉਹ ਕਰਾ ਦੇਣਗੇ। ਹੁਣ ਲੜ ਪਏ ਨੇ, ਕਰਾ ਦੇਣ। ਨਹੀਂ ਸਰ, ਨਹੀਂ, ਤੁਸੀਂ ਯੂ ਆਰ ਮਿਸਗਾਈਡਡ ਕਿ ਕਾਨੂੰਨ ਜੋ ਕਹਿੰਦਾ ਹੈਗਾ ਜਸਟਿਸ ਸਾਰੋਂ has been declared by Government of India, not by us, by Home Ministry. They have appointed him as the Gurdwara Commissioner, Chief Commissioner, yes. But the decision ਕਦੋਂ ਇਲੈਕਸ਼ਨ ਕਰਾਉਣੀ ਹੈ ਕਦੋਂ ਨਹੀਂ ਕਰਾਉਣੀ ਉਹ ਦਿੱਲੀ ਦੇ ਹੈ, ਮੇਰਾ ਨਹੀਂ ਹੈ। ਸਰ ਉਹ ਕਹਿੰਦੇ ਨੇ ਤੁਹਾਡੇ ਦਫ਼ਤਰ ਨੂੰ ਤਾਲਾ ਲੱਗਿਆ ਹੋਇਆ, ਉਹਨਾਂ ਦਾ ਦਫ਼ਤਰ ਨਹੀਂ ਬਣਿਆ। ਉਹ ਸਾਰੋਂ ਸਾਹਿਬ ਤਾਂ ਮੇਰੇ ਨਾਲ ਪਰਸੋਂ ਬਹਿ ਕੇ ਗਏ। ਸਾਹਿਬ ਸੀਐਮ ਸਾਹਿਬ ਨੇ ਜਵਾਬ ਦੇ ਦਿਆ। ਪਰਸੋਂ ਬਹਿ ਕੇ ਮੇਰੇ ਨਾਲ ਗਏ ਨੇ। ਤੁਸੀਂ ਸਾਰੋਂ ਸਾਹਿਬ ਨੂੰ ਕਿਉਂ ਨਹੀਂ ਪੁੱਛਦੇ? ਉਹ ਕਹਿੰਦੇ ਮੇਰਾ ਦਫ਼ਤਰ ਨਹੀਂ ਬਣ ਰਿਹਾ, ਮੈਂ ਕਿੱਥੇ ਜਾਵਾਂ? सीएम साहब ने बोल दिया कि दफ्तर मिल गया, बात हो गई है। गलत बात है। ਤੁਸੀਂ ਪੁੱਛੋ, ਸਾਰੋਂ ਸਾਹਿਬ ਨੂੰ ਪੁੱਛ ਲਓ। ਸਾਰੋਂ ਸਾਹਿਬ ਮੈਨੂੰ हिंदू ਮਿਲ ਕੇ इंडियन एक्सप्रेस, टाइम्स ऑफ इंडिया। It's 1:10. We'll just take 2 more questions after this, please. Hello, sir. This is Vibhor Mohan. हाँ जी, हाँ जी. Sir, I want to ask you that in terms of tackling the COVID situation, what is your feedback, sir? Are there any factors which are specific to Punjab? Why the state is suddenly, slipping? Why is what? Sir, are there any? In Punjab, any particular reason? It's everywhere. 3 states which the Prime Minister announced yesterday, Maharashtra was the worst, Karnataka is number 2, we were number 3. I think it's not a question of, I think people just don't bother. अब तुसी बाहर जाके देखो, किसी शहर चले जाओ, किसी तुसी सड़क पे चले जाओ, कोई मास्क नहीं पहनता. Nobody cares. And I think this has to be enforced strictly. And if we have to enhance the penalty, we will do enhance the penalty. जो भी सानू suggestion लेनी पवे, ਅਸੀਂ ਉਹ ਲਵਾਂਗੇ 1-2 ਦਿਨ 'ਚ, ਇੱਕ ਅੱਧੇ ਦਿਨ 'ਚ ਆਫਟਰ ਆ ਮੀਟਿੰਗ ਵਿਦ ਦੀ ਟੈਕਨੀਕਲ ਮੈਡੀਕਲ ਟੀਮ। ਬਟ ਸਾਨੂੰ ਇਹ ਕਰਨਾ ਗੋਇੰਗ ਅਪ ਬਿਕੋਜ਼ ਆਈ ਥਿੰਕ ਵੀ ਡੋਂਟ ਬੋਦਰ। ਐਂਡ ਮੈਂ ਤਾਂ ਹੀ ਕਹਿ ਰਿਹਾ
कि किसी ਨੂੰ ਛਿੱਕ भी आवे प्लीज़ गो टू योर डॉक्टर एंड चेक करो। ਅਸੀਂ 30,000 जगह 30,000 केस कर रहे हैं डेली टेस्टिंग। जस्ट गो टू एनी ऑफ आवर टेस्टिंग सेंटर्स एंड जस्ट गेट योरसेल्फ टेस्टेड। की मुश्किल है ਇਹਦੇ 'ਚ? एंड ये अगर आप पहला स्टेजेस 'ਚ पकड़ लिए then it is 100% curable। ਜਦੋਂ ਆਪਾਂ थर्ड स्टेज ਦੇ ਵਿੱਚ टर्शरी स्टेज ਦੇ ਵਿੱਚ पहुंच रहे हैं it's not curable। then you have to go on to oxygen and you have to go on to ventilators and all। that's a big problem। Right. And sir, if I could ask you a political question, your decision to rope in showed once again that the opposition parties a bit anxious. Sir, would you well, sir? My decision to देखो look, every in a democracy, in a parliamentary democracy or otherwise democracy, every leader, every party has a team which handles this. Now take Mr. Biden, or take Mr. Johnson, or take Mrs. Merkel, or take Mr. Macron, they all have strategy team, political strategy team, strategists. Now here is a political strategist who has been very popular, very successful with us. I asked him and he's happy to come back to Punjab. He's at the moment handling Pondicherry, he's handling down DMK. Incidentally, Congress party is allied with them both in DMK and also in Pondicherry, and he's also handling Bengal and all. That's his job, and I think he does a very good job, and we are all very happy with him, and I'm happy to say that he's in Chandigarh today. Times now. Well, sir, this is Gurpreet Sheena from Time. So you had already shown your concern for the national security. Where so, are you speaking? Acha. So you have already shown your concern with the national security. Could you please elaborate that how serious it is and what step we are taking, because you have already given your reply to the central government also. What steps are we taking about this threat to national security? Look, this threat to national security problem, which is a national problem. We are only a border state. As far as the National Security Advisor and the National Security is handled by the Ministry of Defense and our Chief of Defense Staff and all, I'm sure they are on the job. I am interested in peace in Punjab, and I do not want any cells to be created here which are armed by Pakistan to create a rumpus here in Punjab. And we have got it. Now, here is some figures maybe you would be interested to know. We have got modules which we have busted, militants, gangsters, etc. 333 things have been busted. Terrorists, gangsters arrested 3,472. Now you can imagine how many terrorists are coming in either from Pakistan or being patronized by Pakistan. Rifles which we have got, AK-47, MP9, MP5, 315, etc. 198. Revolvers, pistols, 1,807. Hand grenades, 38. Drones, which we have picked up, 5. Drones, these are which we've picked. Actually, they've got entangled in trees and picked. But all this delivery has come via drones. What they do, they come at about 100 feet and they let down a package with a cable, and then once it's dropped on the ground, automatically the cable is rewound and it goes back to Pakistan. So this is what is happening. Then there are satellite phones which have been picked up. There are walkie-talkie sets to talk across with their chaps across, and RDX and other explosives about 1 kilo. Now this is not a small figure for a little state like Punjab, and this is what got me worried. That is why when I went to, when the farmer struggle had started and I had gone to meet the Home Minister, I went for this purpose. Okay, what are you doing when these drones are coming across the river? Why can't the BSF shoot them down? Find out some sort of system, because the Air Force says the drone is too small, their radar can't pick it up. The BSF does not have the right equipment. Otherwise, if you can get them, I said, somewhere in the world somebody must be having them. Get them, plant them on our borders and plant them on the Kashmir borders, and when these drones come across, the small radar should pick them up and shoot them down. And that is the only way of dealing with this. That was my discussion. और फिर प्रेस से रौला पै गया कि जी किसानां दी गल करन चले गए उत्थे.
Fact is this, that this is worrying me. I have been through this, and मेरा ख्याल तुसी सारे ਜਿਹੜੇ senior journalists उरे बैठे और कंवल जी बैठे ने, ਇਹਨਾਂ ਨੂੰ ਪਤਾ ਹੈ ਕੀ ਪੰਜਾਬ ਦੇ ਵਿੱਚ ਦੀ ਗੁਜ਼ਰਿਆ. I don't want Punjab to become like that. I will not never allow it to become like that. ਜੋ ਪਹਿਲਾਂ ਇੱਥੇ ਰਹੇ ਕਿ 35,000 ਪੰਜਾਬੀ ਮਰ ਗਏ ਇੱਥੇ, ਖੂਨ ਡੋਲਿਆ 35,000 ਬੰਦਿਆਂ ਦਾ. Do you think we want that to happen again? Never. As long as I am there, it will never happen. Last question, Z. And incidentally, that's not mentioned in this list. Hello. But the number of rounds of ammunition we have picked up are 11,000. 11,000 rounds of ammunition. It's not in this list, but this is my information. Sir, so first of all, congratulations. 4 ਸਾਲ ਤੁਸੀਂ ਕੰਪਲੀਟ ਕੀਤੇ ਆ. ਕੱਲ ਸਰ ਇੱਕ ਬੜੀ ਤੁਹਾਡੀ ਪਿਕਚਰ ਆਈ ਸੀ ਨਵਜੋਤ ਸਿੱਧੂ ਨਾਲ, ਬੜੀ ਬੌਨਹੋਮੀ ਦੇਖਣ ਨੂੰ ਮਿਲੀ ਔਰ ਬੜੀ ਸਪੈਕੂਲੇਸ਼ਨਸ ਹੈ ਕਿ ਹੀ ਹੈਜ਼ ਡਿਮਾਂਡਡ ਟੂ ਬੀ ਡਿਪਟੀ ਸੀਐਮ ਔਰ ਜਾਂ ਪੀਸੀਸੀ ਪ੍ਰੈਜ਼ੀਡੈਂਟ ਬਣਨਾ ਚਾਹੁੰਦੇ ਆ. ਕੀ ਸੱਚਾਈ ਹੈ ਸਰ ਇਹਦੇ ਪਿੱਛੇ? That is up to the Congress president. Not my decision, not Sunil ji's decision. It is for the CP to decide whatever they wish to, want him to do. If he wants my job, he can have it. ਔਰ ਸਰ ਜਿਹੜਾ ਤੁਸੀਂ 올ਿਵ ਬ੍ਰਾਂਚ ਜਿਹੜਾ ਐਕਸਟੈਂਡ ਕੀਤਾ ਹੈ ਕਿ ਉਹ ਜਿਹੜੇ ਬਾਕੀ ਡਿਸਗਰੰਟਡ ਹੈ ਕਾਂਗਰਸ ਦੇ ਮੈਂਬਰਸ ਉਹਨਾਂ ਨੂੰ ਵੀ ਦਿਓਗੇ? ਜੇ ਪ੍ਰਤਾਪ ਸਿੰਘ ਜਾਂ ਆਪਣਾ ਸ਼ਮਸ਼ੇਰ ਸਿੰਘ ਦੂਲੋ ਹੋ ਗਏ, ਦੇ ਹੈਵ ਬੀਨ ਟ੍ਰਾਈਂਗ ਟੂ meet you often. Look, I am there for a total unity in the party. Everyone is entitled to ambitions. Ambitions ਤਾਂ ਸਾਰੀ ਦੁਨੀਆ ਨੂੰ ਹੁੰਦੇ ਨੇ, ਸਾਰੇ ਇਨਸਾਨ ਨੂੰ ਹੁੰਦੇ ਨੇ. When it comes to some party which has given you birth, which has given you an opportunity, which has been looking after you since the time you were there, ਇਹ ਤੇ ਡਿਊਟੀ ਵੀ ਬਣਦੀ ਹੈ ਕਿ ਔਖੀ ਘੜੀ ਦੇ ਵਿੱਚ ਤੁਸੀਂ ਆਪਣੇ ਐਂਬੀਸ਼ਨਸ ਨੂੰ ਪਾਸੇ ਛੱਡ ਕੇ ਪਾਰਟੀ ਨਾਲ ਖੜੋ. And that is everything, whether it is anybody. I mean, take Mr. Bajwa, for instance. ਤੁਸੀਂ Mr. Bajwa ਦਾ ਨਾਮ ਲਿੱਤਾ ਹੈ, ਉਹ ਤਾਂ ਯੂਥ ਕਾਂਗਰਸ ਤੋਂ ਆਏ ਨੇ. He has been with the Congress party ਜਦ ਤੋਂ ਜੰਮੇ ਨੇ. So now we would be very happy to have him as part of the team. ਇਹਦੇ 'ਚ ਕੋਈ ਇਹੋ ਜਿਹੀ ਗੱਲ ਨਹੀਂ ਹੈ. ਸਾਰੇ ਖੁਸ਼ ਹੋਣਗੇ ਕਿ ਅਗਰ ਕਾਂਗਰਸ ਪਾਰਟੀ ਟੋਟਲੀ ਯੂਨਾਈਟ ਹੋਵੇ ਇਸ 'ਚ. ਸਰ ਸੰਸੇ ਔਰ ਕਿਸੇ ਫੀਮੇਲ ਨੇ ਸਵਾਲ ਨਹੀਂ ਪੁੱਛਿਆ, ਸੋ ਮੇਰੀ ਕੁਲੀਗ ਹੈ, ਸ਼ੀ ਵਿਲ ਆਸਕ ਵਨ ਕੁਐਸਚਨ. ਹਾਂ ਬੇਟਾ ਦੱਸੋ. ਸਰ 2017 ਵਿੱਚ ਕਈ ਅਜਿਹੇ ਕੱਚੇ ਮੁਲਾਜ਼ਮ ਸੀਗੇ ਜਿਨ੍ਹਾਂ ਨੂੰ ਤੁਸੀਂ ਕਿਹਾ ਸੀ ਪੱਕੇ ਕਰ ਦਾਂਗੇ, ਔਰ ਲਗਾਤਾਰ 4 ਸਾਲ ਅਲੱਗ-ਅਲੱਗ ਥਾਵਾਂ ਤੇ ਪ੍ਰੋਟੈਸਟ ਕਰਦੇ ਹੋਏ ਵੀ ਨਜ਼ਰ ਆਏ. 4 ਸਾਲ 'ਚ ਉਹਨਾਂ ਲਈ ਕੀ ਕੀਤਾ? ਕਿੰਨਿਆਂ ਨੂੰ ਹੁਣ ਤੱਕ ਰੈਗੂਲਰ ਕੀਤਾ? I think I don't have the figures with me, but are they in this book? How many regularizations? Teachers regularizations, other regularizations. ਕਿਤਾਬ ਦੇ ਵਿੱਚ ਹੈ, ਪਲੀਜ਼ ਉਹ ਕਿਤਾਬ ਕੱਢ ਲਓ ਆਪਣੀ, ਸਾਰਿਆਂ ਕੋਲ ਹੈ, ਉਹਦੇ ਵਿੱਚ ਫਿਗਰਸ ਹੈ. I can't offhand give you this figure. ਇਹ ਥੋੜੀ ਕਿਤਾਬ ਹੈ ਤੁਹਾਡੇ ਕੋਲ. बहुत ज़्यादा हो गए, already 150. ਪੁੱਛਣ ਦਿਓ. ਇਹਨਾਂ ਨੂੰ ਪੁੱਛਣ ਦਿਓ. ਚਲੋ. ਸਰਕਾਰ ਆਪਣਾ 4 ਸਾਲ ਦਾ ਰਿਪੋਰਟ ਕਾਰਡ ਪੇਸ਼ ਕਰ ਰਹੀ ਹੈ. ਕੀ ਕਾਰਨ ਹੈ ਕਿ ਵਿਕਾਸ ਦੇ ਮੁੱਦੇ ਤੇ ਪੰਜਾਬ ਦੇ ਪ੍ਰਸ਼ਾਂਤ ਟਾਈਮ ਤੇ ਲੈ ਕੇ ਆਏ ਜਾ ਰਹੇ ਜੀ? I don't understand. He's already answered the question. ਸਰ ਵਿਕਾਸ 4 ਸਾਲ ਤੁਸੀਂ ਵਿਕਾਸ ਲੈ ਕੇ ਕੀਤਾ ਹੈ. ਤੁਸੀਂ ਪੰਜਾਬ ਵਿੱਚ ਵਿਕਾਸ ਦੇ ਮੁੱਦੇ ਤੇ ਜਾਣ ਦੀ ਥਾਂ ਤੇ ਲਾਸਟ ਟਾਈਮ 'ਚ ਪ੍ਰਸ਼ਾਂਤ ਕਿਸ਼ੋਰ ਨੂੰ ਪੰਜਾਬ 'ਚ ਲੈ ਕੇ ਆਏ, ਉਹਦਾ ਕੀ ਕਾਰਨ ਹੈ? ਮੈਂ ਹੁਣੀ ਪ੍ਰਸ਼ਾਂਤ ਕਿਸ਼ੋਰ ਜੀ ਬਾਰੇ ਕਿ political strategies exist with every government in every country. आपके पूछा जा चुका है. I cannot give a chance to everybody. बहुत लोग हैं यार. ਇੱਕ ਚੀਜ਼ ਮੈਂ ਹੁਣ ਤੁਹਾਨੂੰ ਦੱਸ ਦਿੰਦਾ. ਲਾਸਟ I'll sum up by saying this much ਕਿ ਮੇਰਾ ਵਾਅਦਾ ਹੈ ਪੰਜਾਬ ਨਾਲ. ਸਾਡੇ ਕਾਂਗਰਸ ਪਾਰਟੀ ਨੇ ਵਾਅਦਾ ਕੀਤਾ ਸੀ ਜਦੋਂ ਚੋਣ ਆਈ ਸੀ ਪਿਛਲੀ, ਜਿਹਦੇ ਵਿੱਚ ਉਹਨਾਂ ਨੇ ਆਪਣੇ ਸਾਡੇ ਤੇ ਭਰੋਸਾ ਪ੍ਰਗਟ ਕੀਤਾ ਸੀ, ਤਾਂ ਹੀ ਅਸੀਂ ਸਰਕਾਰ 'ਚ ਬੈਠੇ ਹਾਂ. ਔਰ ਮੇਰਾ ਵਾਅਦਾ ਹੈ ਉਹ ਜੋ ਵਾਅਦੇ ਉਦੋਂ ਕੀਤੇ ਸਿਰੇ ਚੜਾਵਾਂਗੇ ਕੱਲੀ ਚੀਜ਼ ਨੂੰ ਇਸ ਇਲੈਕਸ਼ਨ ਤੋਂ ਪਹਿਲਾਂ.
आने वाले समय में पॉलिटिकल रैलीज आ रही हैं। 21 तारीख को आम आदमी पार्टी भी एक रैली करने जा रही है, उसके बाद होला मोहल्ला आ रहा है। आपको क्या लगता है कि कोविड से कैसे कोविड को मारा जा सकता है पंजाब के अंदर? और बार बार आम आदमी पार्टी कृषि कानूनों को लेकर जवाब सीएम साहब 3 बार सर मेरा देखिए, सुन लीजिए, मैं डॉक्टर आई एम एन एडमिनिस्ट्रेटर, माई मेडिकल टीम इज देयर हेडेड बाय डॉक्टर तलवार। वो और जो हमारे हेल्थ डिपार्टमेंट हैं एक साथ काम कर रहे हैं। कल को हम मिलेंगे, वो हमें बताएंगे कि व्हाट शुड बी डन, आई विल डू इट। अंत विच मैं आप सब नू खाने ली सद्दा दिंदी हां। थैंक यू वेरी मच, बहुत बहुत शुक्रिया।